जिस मह अमृत ज्ञान है, मानक भगत बैराग। श्री गुरु ग्रंथ साहिब उदद, बंदो कर अनुराग। एकंकारा सतगुरु, तेह प्रसाद सच हुए। वाहेगुरु जी की फतेह है। विघन विनाशन सोए। वाहेगुरु जी की फतेह है। विघन विनाशन सोए। जुगो जुग अटल सतगुरु साहिब श्री गुरु ग्रंथ साहिब जी की पावन पवित्र निੱਘੀ गोद अंदर सुभायमान सतसंगी जनों, साडे बड़े भाग ने कि गुरुद्वारा श्री गुरु नानक दरबार वैशाली नगर विखे हाजरियां सतगुरु जी के चरणों में भर रहे हैं। आप जी ने रागी ਸਿੰਘਾਂ पासों इलाही बाणी का कीर्तन बड़े ही प्यार प्रेम अदब के नाल श्रवण किया, जिथे असी तनदेही करके हाजरियां भर रहे हाँ। मन दीयां वृत्तियां सतगुरु जी के चरणों में अर्पण करिए। विचारां की आरंभता तो पहला सतगुरु चोजी पिता गुरु कलगीधर महाराज जी बापू बाजां वाले की बख्शी फतेह की सांझ पाइए। सीस झुकाओ कोई भी रसना खाली ना रवे, आखो जी वाहिगुरु जी का खालसा वाहिगुरु जी की फतेह। सतगुरु जी के चरणों में सारे अरदास करिए कि पातशाह जी आप ही एकाग्रता बख्शियो ते सतगुरु जी के चरणों में जोदड़ियां करते हैं विचारां करन दा बल पातशाह जी बख्शिश करन। सतगुरु गुरु ग्रंथ साहिब जी महाराज इन्हां दी पावन पवित्र निੱਘੀ गोद अंदर असीं जिथे जुट बैठे हाँ। साडे भाग चंगे ने जीवन दे, चंगे कर्म जिहड़े असीं खुद कमा रहे हैं, गुरु की संगत प्राप्त कर रहे हैं। इसे संगत दे विच बह करके साडे जीवन विच कुछ ना कुछ चंगा गुण पैदा हुंदा। मैं आप जी दे नाल गुरु जी सिख दे उपर रहमतां किदां करदे ने इस विषय उपर विचार जिहड़ी सांझी करांगा। सो रही विचार कि सतगुरु धन गुरु ग्रंथ साहिब सच्चे पातशाह जी के चरणों में पहला थोड़ा जिहा संगत नूं वाझीए कि संगत की महानता कितनी सिख के जीवन में उजागर है। जदों भी असी गुरु ग्रंथ साहिब जी के चरणों में आके अरदास करते हैं, चाहे गुरु की संगत करते हैं, चाहे गुरु के शरण में बैठ जाने, साडा ये मन उस वाहिगुरु परमात्मा के चरणों में जुट जाता है। सतगुरु जी ने ये मनुखा देही दिती है। सीधी स्पष्ट जिहड़ी विचार धन गुरु अर्जन देव महाराज जी कहते ने
ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਤਾਂ ਕੇਵਲ ਇੱਕ ਨਾਮ ਦੀ ਜਿਹੜੀ ਪਰਿਭਾਸ਼ਾ ਸਤਿਗੁਰੂ ਜੀ ਨੇ ਸਾਡੇ ਜੀਵਨ ਵਿੱਚ ਝੋਲੀ ਵਿੱਚ ਪਾਈ ਹੈ। ਸਤਿਗੁਰੂ ਕਹਿੰਦੇ ਨੇ ਜੀਵਨ ਦਾ ਮਨੋਰਥ ਤਾਂ ਉੱਚਾ ਹੁੰਦਾ ਹੈ ਕਿ ਜਦੋਂ ਜੀਵ ਨੂੰ ਪਤਾ ਲੱਗ ਜਾਂਦਾ ਹੈ ਕਿ ਮਨੁੱਖਾ ਜਾਮਾ ਪਾਤਸ਼ਾਹ ਜੀ ਇੱਕ ਵਾਰੀ ਦਿੱਤਾ ਹੈ, ਬਾਰ-ਬਾਰ ਨਹੀਂ ਗਾ ਮਿਲਣਾ। ਆਪ ਉਸ ਮਨੁੱਖੇ ਜਾਮੇ ਨੂੰ ਇੱਥੋਂ ਤੱਕ ਵਡਿਆਉਂਦੇ ਹੋ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪਹਿਲਾਂ ਇਹ ਤੁਸੀਂ ਸ਼ਬਦ ਪੜ੍ਹਦੇ ਆ, ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ। ਹੁਣ ਦੇਖੋ ਸਤਿਗੁਰੂ ਕਹਿੰਦੇ ਨੇ ਕਿ ਬੰਦੇ ਨੂੰ ਜਿੱਦਣ ਪਤਾ ਲੱਗ ਜਾਂਦਾ ਇਹ ਸੋਚਦਾ ਹੈ ਕਿ ਰਾਤ ਨੂੰ ਵਿਸ਼ਰਾਮ ਕਰਦੇ ਆ ਤੇ ਦਿਨੇ ਦੇਖੋ ਜੀ ਕੰਮਾਂ ਕਾਰਾਂ ਵਿੱਚ ਖੱਤ ਹੋ ਜਾਂਦੇ ਆ, ਪਰ ਰੱਬ ਦੀ ਬੰਦਗੀ, ਰੱਬ ਦੀ ਅਰਾਧਨਾ ਇਸ ਜੀਭਾ ਦੇ ਉੱਪਰ ਕਦੀ ਆਈ ਨਹੀਂ ਗੀ। ਉੱਥੇ ਸਤਿਗੁਰੂ ਜੀ ਕਹਿੰਦੇ ਨੇ ਕਿ ਫਿਰ ਇਹ ਹੀਰੇ ਵਰਗਾ ਮਨੁੱਖਾ ਇਹ ਜਾਮਾ ਇੱਕ ਵਾਰੀ ਮਿਲਦਾ ਹੈ। ਹੀਰੇ ਦਾ ਮੁੱਲ ਦੇਖੋ ਜੀ ਸੁਨਿਆਰੇ ਨੂੰ ਪਤਾ ਹੁੰਦਾ ਹੈ, ਹੀਰੇ ਦਾ ਮੁੱਲ ਉਹਨੂੰ ਪਤਾ ਹੈ ਜਿਹੜਾ ਇਹਦੀ ਇੱਥੋਂ ਤੱਕ ਵਡਿਆਈ, ਇਹਦਾ ਮੁੱਲ ਜਾਣਦਾ ਹੋਵੇਗਾ। ਪਰ ਜਿਹਨੂੰ ਹੀਰੇ ਦੀ ਪਹਿਚਾਣ ਹੀ ਨਹੀਂ ਹੋਵੇਗੀ ਉਹਨੂੰ ਕੀ ਪਤਾ ਹੋਵੇਗਾ ਹੀਰੇ ਦਾ ਮੁੱਲ ਕਿੰਨਾ ਇੱਥੋਂ ਤੱਕ ਉੱਚਾ ਹੈ। ਸਤਿਗੁਰੂ ਕਹਿੰਦੇ ਨੇ ਇਹਨੂੰ ਕੌਡੀਆਂ ਦੇ ਭਾਅ ਨਾ ਗਵਾਈ ਜਾ। ਜੇ ਅਸੀਂ ਵਿਚਾਰ ਤੋਂ ਦੂਰ ਹੋ ਜਾਂਦੇ ਆ, ਵਿਚਾਰ ਤੋਂ ਇੱਕ ਪਾਸੇ ਹੋ ਜਾਂਦੇ ਆ, ਸਤਿਗੁਰੂ ਕਹਿੰਦੇ ਉਹ ਮਾਰਗ ਦਾ ਪਾਂਧੀ ਬਣਿਆ ਹੀ ਨਾ। ਫਿਰ ਇੱਥੋਂ ਤੱਕ ਕੌਡੀਆਂ ਦੇ ਭਾਅ ਤੇਰਾ ਜੀਵਨ ਵਿਅਰਥ ਬਤੀਤ ਹੋ ਰਿਹਾ, ਕੌਡੀ ਬਦਲੇ ਜਾਏ। ਸਤਿਗੁਰੂ ਕਹਿੰਦੇ ਇਹਦੇ ਤੋਂ ਉੱਪਰ ਉੱਠ ਕਰਕੇ ਉਹਦੀ ਲਿਆਕਤ ਨੂੰ ਸਮਝਣ ਦਾ ਯਤਨ ਕਰੀਏ ਕਿ ਜਦੋਂ ਅਸੀਂ ਗੁਰੂ ਦੀ ਸੰਗਤ ਪ੍ਰਾਪਤ ਕਰਾਂਗੇ ਉੱਥੋਂ ਸਾਨੂੰ ਇਹ ਵਿਚਾਰ ਸਿੱਖਣ ਨੂੰ ਮਿਲਣੀ ਹੈ, ਰੇ ਮਨ ਰਾਮ ਸਿਓ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਕਿ ਇਹ ਜਿਹੜੀ ਜੀਭਾ, ਇਹ ਗਿਆਨ ਇੰਦਰੇ ਦਿੱਤੇ ਨੇ ਨਾ, ਇਹ ਸਤਿਗੁਰੂ ਕਹਿੰਦੇ ਨੇ ਕਿ ਗੁਰੂ ਦੀ ਸੇਵਾ ਵਿੱਚ ਯਤਨਸ਼ੀਲ ਕਰਦੇ ਇਹਨਾਂ ਗਿਆਨ ਇੰਦਰੀਆਂ ਨੂੰ ਬਾਪੂ ਤੇਰੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਜ਼ਰੂਰ ਰੱਖ ਦੇਣ। ਹੁਣ ਦੇਖੋ ਜੀਭਾ ਰਾਈ ਗੁਰੂ ਨੂੰ ਚੇਤੇ ਕਰਦੇ ਆ, ਗੁਰੂ ਅੰਦਰ ਕਿੰਨਾ ਪਿਆਰ ਪੈਦਾ ਹੁੰਦਾ ਹੋਵੇਗਾ ਕਿ ਮੇਰਾ ਸਿੱਖ ਮੈਨੂੰ ਆਪਣੀ ਜੀਭਾ ਤੋਂ ਯਾਦ ਕਰਦਾ ਪਿਆ। ਜਦੋਂ ਕੰਨਾਂ ਨਾਲ ਅਸੀਂ ਉਸ ਬਾਪੂ ਦੇ ਗੁਣ ਸੁਣਦੇ ਹਾਂ ਤੇ ਸਾਨੂੰ ਇਸ ਤਰ੍ਹਾਂ ਇੱਥੋਂ ਤੱਕ ਮਹਿਸੂਸ ਹੁੰਦੀ ਕਿ ਅਸੀਂ ਗੁਰੂ ਦੇ ਗੁਣ ਤਾਂ ਗਾ ਰਹੇ ਹਾਂ, ਸਾਡਾ ਗੁਰੂ ਕਿੰਨਾ ਖੁਸ਼ ਹੁੰਦਾ ਹੋਵੇਗਾ ਕਿ ਮੇਰਾ ਨਿਮਾਣਾ ਮੇਰੇ ਬਚਨਾਂ ਨੂੰ ਸੁਣ ਜ਼ਰੂਰ ਰਿਹਾ ਹੈ। ਇਹ ਅੰਦਰ ਇੱਥੋਂ ਤੱਕ ਸਾਡੇ ਅਗਿਆਨਤਾ ਦੂਰ ਹੋਵੇਗੀ ਤੇ ਗੁਰੂ ਗਿਆਨ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਪੈਦਾ ਕਰੀ ਚੱਲੇਗਾ। ਫਿਰ ਸਾਨੂੰ ਪਤਾ ਲੱਗੇਗੀ ਕਿ ਸਭ ਤੋਂ ਉੱਤਮ ਜਿਹੜੀ ਸੰਗਤ ਦਾ ਗੁਣ ਜੀਵਨ ਵਿੱਚ ਗੁਰੂ ਨੇ ਸਮਝਾਇਆ ਹੈ ਉਹ ਬਹੁਤ ਉੱਚਾ ਦਰਜਾ ਹੈ। ਜਦੋਂ ਵੀ ਅਸੀਂ ਇੱਕ ਕਦਮ ਉੱਠ ਕੇ ਗੁਰੂ ਦੇ ਦੁਆਰੇ ਤੇ ਆਉਨੇ ਆ ਨਾ, ਆਪਣੇ ਅੰਦਰ ਦਾ ਜਿੰਨਾ ਵੀ ਇੱਥੋਂ ਤੱਕ ਵਿਕਾਰਾਂ ਵਾਲਾ ਇੱਕ ਡੇਰਾ, ਇੱਕ ਘਰ ਇੱਕ ਪਾਸੇ ਛੱਡ ਕਰਕੇ ਗੁਰੂ ਦੇ ਚਰਨਾਂ 'ਚ ਇਦਾਂ ਜੋਦੜੀ ਕਰਦਿਆ ਕਰੀਏ ਕਿ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਕਦੀ ਵੀ ਖਾਲੀ ਨਹੀਂ ਗਈ ਜਾਂਦੀ। ਉਹ ਦੇਖੋ ਅਰਦਾਸ ਸਤਿਗੁਰੂ ਕਹਿੰਦੇ ਨੇ ਉਹਦੇ ਵਿੱਚ ਬੜੀ ਤਾਕਤ ਹੈ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨਾ ਕੋਹੂ ਲਾਗੇ, ਜਾਂ ਕੀ ਪ੍ਰਭ ਅੱਗੇ ਅਰਦਾਸ। ਉਸ ਗੁਰੂ ਦੇ ਅੱਗੇ ਅਰਦਾਸ ਕਰਾਂਗੇ ਜਿਹੜਾ ਹਨੇਰੇ ਚੋਂ ਕੱਢ ਕੇ ਗਿਆਨ ਦੀਆਂ ਇੱਥੋਂ ਤੱਕ ਵਡਿਆਈਆਂ ਹਿਰਦੇ 'ਚ ਪਾ ਦਿੰਦੇ। ਸਿੱਖ ਦੇਖੋ ਗੁਰੂ ਕੋਲੋਂ ਬਹੁਤ ਕੁਝ ਸਿੱਖਦਾ ਹੈ। ਜਦੋਂ ਅਸੀਂ ਪ੍ਰਕਰਮਾ ਕਰਾਂਗੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ, ਫਿਰ ਦੇਖੋ ਜੀ ਪ੍ਰਕਰਮਾ ਕਰਕੇ ਹੱਥ ਜੋੜ ਕੇ ਇੱਕ ਬੇਨਤੀ ਕਰਿਓ ਕਿ ਪਾਤਸ਼ਾਹ ਤੇਰੇ ਦਰ ਦੇ ਮੰਗਤੇ ਹਾਂ ਹਮ ਕੂਕਰ, ਤੇਰੇ ਦਰਬਾਰ ਭੌਂਕੇ ਆਕੇ ਬਦਨ ਪਸਾਰ। ਭਾਵੇਂ ਜ਼ਿੰਦਗੀ ਵਿੱਚ ਕਿੱਡਾ ਵੀ ਵੱਡਾ ਸਰੀਰਕ ਕਰਕੇ ਦੁੱਖ ਹੋਵੇ, ਮਾਨਸਿਕ ਤੌਰ ਤੇ ਦੁੱਖ ਹੋਵੇ, ਅਸੀਂ ਇੱਕੋ ਹੀ ਇੱਥੋਂ ਤੱਕ ਅਰਜ਼ ਕਰਿਆ ਕਰੀਏ ਕਿ ਦਾਤਾ ਤੂੰ ਹੀ ਸਾਡਾ ਇੱਥੋਂ ਤੱਕ ਬਾਪੂ ਹੈ, ਤੂੰ ਹੀ ਸਾਡੀ ਮਾਂ ਹੈ, ਤੂੰ ਹੀ ਸਾਡਾ ਵੱਡਾ ਭਾਈ ਹੈ। ਅਸੀਂ ਤਾਂ ਬਸ ਸਮਝਿਆ ਏ ਤੈਨੂੰ ਸਭ ਕੁਝ, ਏਕ ਪਿਤਾ ਏਕ ਸਕੇਹਾ ਬਾਰਕ, ਤੂੰ ਮੇਰਾ ਗੁਰਹਾਈ। ਕਿ ਪਾਤਸ਼ਾਹ ਜੀ ਜੇ ਮਾਨਸਿਕ ਤੌਰ ਤੇ ਦੁੱਖ ਹੈ, ਸਰੀਰਕ ਕਰਕੇ ਦੁੱਖ ਹੈ, ਇਹਨਾਂ ਨੂੰ ਦੂਰ ਕਰ ਦੇ ਤੇ ਨਾਮ ਦੀ ਦਾਤ ਝੋਲੀ ਚ ਪਾ ਦੇ। ਉਹ ਨਾਮ ਦੀ ਦਾਤ ਪਾ ਦੇਵੀ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਅਰਾਧੀਏ ਪੂਰਨ ਸਤਿਗੁਰ ਗਿਆਨ। ਕਿ ਜਿਹੜਾ
ਪੂਰਾ ਗਿਆਨ ਤੇਰਾ ਇੱਥੋਂ ਤੱਕ ਮਨ 'ਚ ਆ ਕੇ ਵਸ ਜਾਵੇਗਾ ਨਾ, ਫਿਰ ਸਾਡੇ ਅੰਦਰ ਇਹ ਵਡਿਆਈ ਪੈਦਾ ਹੋਣੀ ਹੈ, ਤੇਰਾ ਦੱਸਿਆ ਹੋਇਆ ਗੁਣ ਪੈਦਾ ਹੋਣਾ ਹੈ ਕਿ ਅਸੀਂ ਮੰਗਾਂਗੇ ਤੇਰੇ ਕੋਲੋਂ, ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ। ਸਾਰੇ ਪ੍ਰਕਾਰ ਦੀਆਂ ਆਸਾਂ ਛੱਡ ਕੇ ਤੇ ਢਹਿ ਇੱਥੋਂ ਤੱਕ ਜਾਇਆ ਕਰੀਏ ਗੁਰੂ ਦੇ ਚਰਨਾਂ ਵਿੱਚ। ਹਾਰ ਪਰਿਓ ਸੁਆਮੀ ਕੇ ਦੁਆਰੇ, ਮੰਗੀਏ ਕੀ ਦੀਜੇ ਬੁੱਧ ਵਿਵੇਕਾ, ਕਿ ਸਤਿਗੁਰੂ ਜੀ ਸਾਨੂੰ ਕੇਵਲ ਤਾਂ ਕੇਵਲ ਵਿਵੇਕ ਬੁੱਧੀ ਸਾਡੀ ਝੋਲੀ 'ਚ ਪਾ ਦਿਓ ਜੀ। ਗੁਰੂ ਦੇਖੋ ਜੀ ਮੰਗਦੇ ਨੇ ਮਨ ਦੀ ਇੱਥੋਂ ਤੱਕ ਸੇਵਾ। ਗੁਰੂ ਕਹਿੰਦੇ ਨੇ ਸਿਮਰਨ ਕਰਨਾ ਹੈ ਤੇ ਮਨ ਗੁਰੂ ਦੇ ਚਰਨਾਂ 'ਚ ਟਿਕਾ ਕੇ ਕਰੀ, ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨੇ ਪਾਈਏ। ਬੜੇ ਦੇਖੋ ਜੀ ਬਚਨ ਪੜ੍ਹਦੇ ਹਾਂ ਅਸੀਂ ਕਿ ਗੁਰੂ ਦਾ ਸ਼ਬਦ ਹੀ ਮਨ ਨੂੰ ਇੱਥੋਂ ਤੱਕ ਥੰਮ ਦੇ ਕੇ ਰੱਖਦਾ ਹੈ। ਗੁਰ ਕਾ ਸ਼ਬਦ ਮਨੇ ਅਸਥੰਮਨ, ਜਦੋਂ ਸ਼ਬਦ ਵਸ ਜਾਵੇਗਾ ਨਾ ਫਿਰ ਪਤਾ ਲੱਗਣਾ ਹੈ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਜਿਹੜੇ ਵੀ ਇੱਥੋਂ ਤੱਕ ਗੁਰੂ ਨਾਲ ਅਸੀਂ ਗੱਲਾਂ ਸਾਂਝੀਆਂ ਕਰਾਂਗੇ ਨਾ, ਸਾਡੇ ਸਭੇ ਪ੍ਰਕਾਰ ਦੇ ਗੁਰੂ ਕਾਰਜ ਰਾਸ ਕਰ ਦਿੰਦੇ ਨੇ। ਤੇ ਸੰਗਤ ਵਿੱਚ ਬਹਿ ਕੇ ਫਿਰ ਇਹ ਇੱਥੋਂ ਤੱਕ ਗੁਣ ਪੈਦਾ ਹੋਣਾ ਹੈ। ਊਤਮ ਸੰਗਤ ਊਤਮ ਹੋਵੇ, ਗੁਣ ਕੋ ਧਾਵੇ ਅਵਗੁਣ ਧੋਵੇ। ਫਿਰ ਸਾਡੇ ਅੰਦਰ ਦੇ ਔਗਣ ਨਾਸ ਹੋਣੇ ਤੇ ਗੁਣ ਪੈਦਾ ਹੋਣੇ, ਤੇ ਇਹ ਅੰਦਰ ਵਿਚਾਰ ਨਿਸ਼ਚਾ ਪੈਦਾ ਹੋ ਜਾਵੇਗਾ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭ੍ਰਮ ਚੋਟਾਂ ਖਾਵੇ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਜੇ ਭਾਗ ਚੰਗੇ ਹੋਣਗੇ ਨਾ ਤੇ ਗੁਰੂ ਇੱਥੋਂ ਤੱਕ ਰਹਿਮਤਾਂ ਬਰਸਾ ਦਿੰਦੇ ਨੇ। ਜੇ ਭਾਗਾਂ ਤੋਂ ਹੀਣੇ ਹੋਵਾਂਗੇ ਤੇ ਸਤਿਗੁਰੂ ਕਹਿੰਦੇ ਫਿਰ ਗੁਰੂ ਆਪਣੀ ਸੰਗਤ ਵਿੱਚ ਵੀ ਇੱਥੋਂ ਤੱਕ ਆਪ ਕਿਰਪਾ ਕਰਕੇ ਨਹੀਂ ਲਿਆ ਸਕਦੇ। ਬੰਦੇ ਨੂੰ ਉਦਮ ਕਰਨਾ ਪਵੇਗਾ, ਬੰਦੇ ਨੂੰ ਆਪਣੇ ਆਪ ਨੂੰ ਨੀਵਾਂ ਕਰਨਾ ਪਵੇਗਾ ਕਿ ਸਤਿਗੁਰੂ ਦਾਤਾ ਜੇ ਇੱਥੋਂ ਤੱਕ ਮਨੁੱਖਾ ਦੇਹੀ ਬਖਸ਼ੀ ਹੈ, ਤੰਦਰੁਸਤੀ ਬਖਸ਼ੀ ਹੈ, ਤੇਰਾ ਧੰਨਵਾਦ ਇੱਥੋਂ ਤੱਕ ਕਰਦੇ ਹਾਂ ਅਸੀਂ। ਗੁਰੂ ਦੇ ਚਰਨਾਂ 'ਚ ਆ ਕੇ ਧੰਨਵਾਦ ਹੀ ਕਰਦਿਆ ਕਰੀਏ ਕਿ ਪਾਤਸ਼ਾਹ ਜੀ ਬਹੁਤ ਕੁਝ ਦਿੱਤਾ ਹੈ ਆਪ ਜੀ ਨੇ। ਸ਼ੁਕਰਗੁਜ਼ਾਰ ਹੈ ਆਪ ਜੀ ਦੇ ਕਿ ਰੋਜ਼ਾਨਾ ਅਸੀਂ ਕੇਵਲ ਤਾਂ ਕੇਵਲ ਗੁਰੂ ਦੀ ਸੰਗਤ ਪ੍ਰਾਪਤ ਕਰ ਲਈ। ਇਸ ਸੰਗਤ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ। ਹੁਣ ਦੇਖੋ ਜੀ ਸਤਿਗੁਰੂ ਜੀ ਆਪਣੇ ਨਿਮਾਣਿਆਂ ਦੀਆਂ ਗਲਤੀਆਂ ਦੇ ਉੱਪਰ ਕਿਵੇਂ ਪਰਦਾ ਪਾਉਂਦੇ। ਭਾਵੇਂ ਬੰਦਾ ਕਿੰਨਾ ਵੀ ਪਾਪ ਕਰਦਾ ਹੈ ਨਾ, ਬੰਦੇ ਦੇ ਅੰਦਰ ਇਹ ਬਾਰ-ਬਾਰ ਉੱਭਰ ਕੇ ਸਵਾਲ ਪੈਦਾ ਹੁੰਦਾ ਹੈ ਕਿ ਪਾਤਸ਼ਾਹ ਜੀ ਮੈਂ ਤਾਂ ਇੱਥੋਂ ਤੱਕ ਗਲਤੀਆਂ ਦਾ ਪੁਤਲਾ ਹਾਂ, ਮੇਰੇ ਇੱਥੋਂ ਤੱਕ ਜੀਵਨ ਵਿੱਚ ਗਲਤੀਆਂ ਬਹੁਤ ਹੁੰਦੀਆਂ ਨੇ। ਇੱਕ ਪਾਸੇ ਚੰਗਿਆਂ ਕੰਮਾਂ ਦਾ ਇੱਥੋਂ ਤੱਕ ਲੇਖਾ ਹੋਵੇ, ਇੱਕ ਪਾਸੇ ਮਾੜਿਆਂ ਦਾ ਹੋਵੇ। ਬੰਦਾ ਆਪਣੇ ਅੰਦਰ ਧਿਆਨ ਮਾਰ ਕੇ ਗੱਲ ਕਹਿੰਦਾ ਹੈ ਕਿ ਮਾੜੇ ਕਰਮਾਂ ਦਾ ਲੇਖਾ ਉਹ ਤੇ ਇੱਥੋਂ ਤੱਕ ਉਹ ਘੜਾ ਭਰ ਚੁੱਕਿਆ ਹੈ ਪਾਪਾਂ ਦਾ, ਪਰ ਚੰਗੇ ਕੰਮ ਮੇਰੇ ਤੋਂ ਚੰਗੇ ਇੱਥੋਂ ਤੱਕ ਕਾਰਜ ਹੁੰਦੇ ਹੀ ਕਿਉਂ। ਸਤਿਗੁਰੂ ਜੀ ਉੱਥੇ ਕਹਿੰਦੇ ਨੇ ਆਪਣੇ ਆਪ ਨੂੰ ਨੀਵਾਂ ਕਰਨਾ ਪਵੇਗਾ, ਆਪਣੇ ਅੰਦਰ ਦੀ ਹੰਕਾਰ ਨੂੰ ਮਾਰਨਾ ਪਵੇਗਾ, ਆਪਣੇ ਅੰਦਰ ਦੀ ਮੈਂ ਨੂੰ ਖਤਮ ਕਰਨਾ ਪਵੇਗਾ। ਜਿੱਦਣ ਇਹ ਮੈਂ ਹਉਮੈ ਹੰਕਾਰ ਅੰਦਰੋਂ ਖਤਮ ਹੋ ਜਾਵੇਗਾ, ਵਿਕਾਰ ਮਰ ਜਾਣਗੇ, ਫਿਰ ਪਤਾ ਲੱਗਣਾ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅਰਦਾਸ ਕਰਾਂਗੇ ਗੁਰੂ ਦੇ ਚਰਨਾਂ ਵਿੱਚ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਭੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਜਿੱਦਣ ਬਾਪੂ ਨੇ ਕਿਰਪਾ ਕੀਤੀ, ਸੱਚੀ ਬਾਣੀ ਹਿਰਦੇ ਵਿੱਚ ਵਾਸਾ ਕਰੇਗੀ, ਫਿਰ ਔਗਣ ਸਾਡੇ ਅੰਦਰ ਦੇ ਦੂਰ ਹੁੰਦੇ। ਜਦੋਂ ਅਸੀਂ ਮਨ ਕਰਕੇ ਆਪਣੇ ਅੰਦਰ ਗੁਰੂ ਦਾ ਪਿਆਰ ਪੈਦਾ ਕਰਦੇ ਆ ਨਾ, ਉਹ ਇੱਥੋਂ ਤੱਕ ਸਾਡੇ ਅੱਖਾਂ ਦੇ ਸਾਹਮਣੇ ਉਹੀ ਕਿੱਸੇ ਜਿਹੜੇ ਨੇ, ਉਹੀ ਯਾਦਾਂ ਜਿਹੜੀਆਂ ਮਨ ਵਿੱਚ ਪੈਦਾ ਹੁੰਦੀਆਂ ਨੇ ਕਿ ਪਾਤਸ਼ਾਹ ਜੀ ਅਸੀਂ ਬੈਠੇ ਭਾਵੇਂ ਕਿਤੇ ਵੀ ਹੋਈਏ ਨਾ, ਨੇਤਰ ਬੰਦ ਕਰਕੇ ਧਿਆਨ ਟਿਕਾ ਕੇ ਸੁਰਤ ਨੂੰ ਇਕਾਗਰ ਕਰਕੇ ਜਦੋਂ ਕਿਤੇ ਯਾਦ ਕਰਦੇ ਆ ਨਾ ਜਿਸ ਅਸਥਾਨ ਨੂੰ, ਉਹ ਸਾਡੇ ਮਨ ਦੇ ਵਿੱਚ ਆ ਕੇ ਜਿਹੜਾ ਪੈਦਾ ਹੋ ਜਾਂਦਾ। ਅੱਜ ਵੀ ਆਪ ਇੱਥੇ ਰਹਿ ਕਰਕੇ ਵੀ ਕਿਤੇ ਨਾ ਕਿਤੇ ਸੁਰਤ ਟਿਕਾ ਕੇ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਆਪਣੀ ਸੁਰਤ ਪਹੁੰਚਾ ਸਕਦੇ। ਇਹ ਕਿਉਂਕਿ ਬਹੁਤ ਵੱਡਾ ਕੋਈ ਵਿਸ਼ਾ ਨਹੀਂਗਾ, ਇਹਦੇ ਤੇ ਉਂਗਲ ਨਹੀਂ ਚੱਕੀ ਜਾ ਸਕਦੀ। ਅਸੀਂ ਤਰਕ ਕਰ ਦਈਏ ਕਿ ਸੁਰਤ ਇਹ ਧਿਆਨ ਕਿਵੇਂ ਇੱਥੋਂ ਤੱਕ ਚਲੇ ਜਾਵੇ। ਧਿਆਨ ਹੈ ਜਿਹਦੀ ਰਫ਼ਤਾਰ ਮਨ ਦੀ ਮਾਈਂਡ ਦੀ ਬਹੁਤ ਤੇਜ਼ ਹੈ, ਜੋ ਸੋਚਾਂਗੇ ਉਹ ਹੁੰਦਾ ਹੈ। ਜਦੋਂ ਅਸੀਂ ਮਨ 'ਚ ਯਾਦ ਪੈਦਾ ਕਰਾਂਗੇ ਕਿਸੇ ਦੇ ਪ੍ਰਤੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਪਣਾ ਮਨ ਟਿਕਾ ਲਵਾਂਗੇ ਨਾ, ਤੇ ਐਂ ਲੱਗੇਗਾ ਕਿ ਅਸੀਂ ਹਰਿਮੰਦਰ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੇ ਬੈਠੇ। ਤੱਕੋ ਉਹਨਾਂ ਦਾ ਜੀਵਨ, ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਗੁਰੂ ਕੀਆਂ ਸੰਗਤਾਂ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਹਰ ਇਲਾਕੇ ਕਸਬੇ ਕੰਟਰੀਆਂ ਦੇ ਵਿੱਚ ਬੜੀ ਹੀ ਉਤਸ਼ਾਹ ਭਾਵਨਾ ਨਾਲ ਮਨਾ ਰਹੇ ਨੇ। ਪਰ ਜਦੋਂ ਅਸੀਂ ਇਹ ਮਨ ਵਿੱਚ ਰੁਚੀ ਰੱਖਦੇ ਹਾਂ ਕਿ ਪਾਤਸ਼ਾਹ ਜੀ
ਅਸੀਂ ਜ਼ਰੂਰ ਮਨਾਉਂਦੇ ਹਾਂ, ਪਰ ਉਹਨਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਇੱਕ ਝਲਕ ਸਾਡੇ ਜੀਵਨ 'ਚ ਪੈਦਾ ਹੋ ਜਾਵੇਗੀ ਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਪ੍ਰਸੰਨ ਹੋ ਜਾਂਦੇ। ਇੱਕ ਵੀ ਕੋਈ ਗੁਣ, ਇੱਕ ਵੀ ਕੋਈ ਝਲਕ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਦੇਖੋ ਜੀ ਜਨਮ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੀ ਧਰਤੀ ਤੇ ਸਨ 1534 ਈਸਵੀ ਨੂੰ ਮਾਤਾ ਦਇਆ ਜੀ ਦੀ ਕੁੱਖੋਂ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਹੁੰਦਾ ਹੈ। ਉੱਥੇ ਦੇਖੋ ਜੀ ਉਹਨਾਂ ਨੇ ਆਪਣਾ ਥੋੜਾ ਸਮਾਂ ਬਤੀਤ ਕੀਤਾ। ਮਾਤਾ ਪਿਤਾ ਅਕਾਲ ਚਲਾਣਾ ਕਰ ਗਏ, ਰੱਬ ਨੂੰ ਪਿਆਰੇ ਹੋਏ। ਨਾਨੀ ਦੇਖੋ ਉਂਗਲ ਫੜ ਕੇ ਅੰਮ੍ਰਿਤਸਰ ਦੇ ਨਜ਼ਦੀਕ ਬਾਸਰਕੇ ਦੀ ਧਰਤੀ ਤੇ ਨਾਨਕੇ ਪਿੰਡ ਲੈ ਕੇ ਆ ਗਏ। ਮੈਂ ਥੋੜੀ ਜਿਹੀ ਵਿਸਥਾਰ ਸਹਿਤ ਜਿਹੜੀ ਵਿਚਾਰ ਸਾਂਝੀ ਕਰਕੇ ਅੱਗੇ ਆਵਾਂਗਾ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ ਸਤਿਗੁਰੂ ਜੀ ਦਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇਖੋ ਨਾਨੀ ਦੀ ਉਂਗਲ ਫੜ ਕੇ ਨਾਨਕੇ ਪਿੰਡ ਆ ਗਏ ਨੇ। ਜਦੋਂ ਬਾਸਰਕੇ ਦੀ ਧਰਤੀ ਤੇ ਆਏ, ਘਰ ਆਏ, ਇੱਥੇ ਦੇਖੋ ਜੀ ਮਾਮੀਆਂ ਨੇ ਦੇਖ ਕੇ ਮੱਥੇ ਤੇ ਤਿਉੜੀ ਪਾ ਲਈ ਹੈ। ਉਹਦਾ ਕਾਰਨ ਕੀ ਸੀ? ਉਹ ਕਹਿਣ ਲੱਗੀਆਂ ਨਾਨੀ ਨੂੰ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਾਨੀ ਨੂੰ ਕਹਿਣ ਲੱਗੀਆਂ, ਮਾਤਾ ਇਹਨੂੰ ਦੋਤੇ ਨੇ ਇੱਥੋਂ ਤੱਕ ਕਿੱਥੋਂ ਲੈ ਆਂਦਾ? ਇਤਿਹਾਸ ਜ਼ਿਕਰ ਆਉਂਦਾ, ਕਹਿੰਦੇ ਇਹਨੇ ਆਪਣਾ ਮਾਂ ਪਿਓ ਖਾ ਲਿਆ, ਇਹਦੇ ਕਾਰਨ ਇੱਥੋਂ ਤੱਕ ਕਾਲ ਚਲਾਣਾ ਕਰ ਗਏ। ਕਈ ਵਾਰੀ ਸੋਚ ਹੁੰਦੀ ਹੈ ਨਾ ਕਿ ਜਿਹਦੀ ਸਮਝ ਇੱਥੋਂ ਤੱਕ ਨੀਵੀਂ ਹੋਵੇ, ਜਿਹਦੀ ਸੋਚ ਮਾੜੀ ਹੋਵੇ, ਉਹ ਬੰਦਾ ਇੱਥੋਂ ਤੱਕ ਖੋਟਾ ਹੁੰਦਾ ਹੈ, ਉਹ ਖਰੇ ਦੀ ਪਹਿਚਾਣ ਨਹੀਂ ਕਰ ਸਕਦਾ। ਅੱਗੋਂ ਉਹਨਾਂ ਨੇ ਬਚਨ ਕਹੇ, ਮਾਮੀਆਂ ਨੇ ਮੱਥੇ ਤੇ ਵੱਟ ਪਾ ਕੇ ਅਸੀਂ ਮਸਾਂ ਤੇ ਤੈਨੂੰ ਰੋਟੀ ਦਿੰਦੇ ਆ, ਪ੍ਰਸ਼ਾਦਾ ਪਾਣੀ ਤਿਆਰ ਕਰਕੇ ਦੇਣੇ, ਤੂੰ ਹੋਰ ਇੱਥੋਂ ਤੱਕ ਆਪਣੀ ਧੀ ਦੇ ਪੁੱਤਰ ਨੂੰ ਇੱਥੇ ਲੈ ਆਂਦਾ, ਅਸੀਂ ਇਹਦੀ ਵੀ ਸੇਵਾ ਕਰਾਂਗੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਦੇਖੋ ਜੀ ਮੱਥੇ ਤੇ ਕੋਈ ਤਿਉੜੀ ਨਹੀਂ ਪਾਈ। ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਮਾਤਾ ਦਇਆ ਜੀ ਦੀ ਗੋਦ ਵਿੱਚ ਰਹਿ ਕੇ ਆਪਣੇ ਅੰਦਰ ਹੀ ਦਇਆ ਪੈਦਾ ਕਰ ਲਈ। ਮਾਤਾ ਜੀ ਦਇਆ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੋਦੀ ਵਿੱਚ ਪਿਆਰ ਲਿਆ, ਅੰਦਰ ਦਇਆ ਪੈਦਾ ਕਰ ਲਈ। ਉਂਗਲ ਫੜ ਕੇ ਦੇਖੋ ਜੀ ਨਾਨੀ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਲੈ ਕੇ ਆਏ, ਹੱਥ ਜੋੜ ਕੇ ਗੁਰੂ ਸਾਹਿਬ ਜੀ ਕਹਿਣ ਲੱਗੇ, ਭਰਜਾਈ ਜੀ ਤੁਸੀਂ ਇੱਥੇ ਖੁਦ ਚੱਲ ਕੇ ਆਏ, ਇਲਾਕੇ ਦੇ ਨੌ ਨੇ, ਭਰਜਾਈ ਜੀ ਤੁਸੀਂ ਖੁਦ ਚੱਲ ਕੇ ਆਏ, ਕੋਈ ਕੰਮ ਸੀ ਕੀਤਾ ਸੀ ਸਾਨੂੰ ਦੱਸ ਦਿੰਦੇ। ਤੇ ਕਹਿਣ ਲੱਗੇ ਨਾਨੀ ਜੀ ਕਿ ਸਤਿਗੁਰੂ ਜੀ ਆਪ ਇੱਥੋਂ ਤੱਕ ਸਾਡੇ ਇਲਾਕੇ ਉੱਪਰ ਹੋਰਨਾਂ ਇੱਥੋਂ ਤੱਕ ਸਿੱਖਾਂ ਉੱਪਰ ਬੜੀ ਰਹਿਮਤਾਂ ਕਿਰਪਾ ਬਰਸਾ ਰਹੇ ਜੇ। ਮੈਂ ਆਪਣੇ ਦੋਤੇ ਨੂੰ ਤੁਹਾਡੀ ਸ਼ਰਨ 'ਚ ਲੈ ਕੇ ਆਈ ਹਾਂ, ਇਹ ਤੁਹਾਡੀ ਸ਼ਰਨ 'ਚ ਰਹਿ ਕੇ ਸੇਵਾ ਕਰਨੀ ਚਾਹੁੰਦਾ ਹੈ। ਹੱਥ ਜੋੜ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ। ਮੈਂ ਥੋੜਾ ਜਿਹਾ ਇਹ ਜ਼ਿਕਰ ਕਰ ਦੇਵਾਂ, ਛੋਟੀ ਆਜੂ ਦੇ ਵਿੱਚ ਉਹਨਾਂ ਦਾ ਨਾਮ ਭਾਈ ਜੇਠਾ ਜੀ ਸੀ। ਭਾਈ ਜੇਠਾ ਜੀ ਤਾਂ ਕਿਉਂਕਿ ਉਹਨਾਂ ਦੇ ਛੋਟੇ ਭੈਣ ਤੇ ਭਰਾ ਸੀ, ਉਹਨਾਂ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਮੋਢਿਆਂ ਤੇ ਪੈ ਗਈ। ਮਾਤਾ ਜੀ ਅਕਾਲ ਚਲਾਣਾ ਕਰ ਗਏ ਸੀ। ਪੁਰਾਣੇ ਸਮਿਆਂ ਵਿੱਚ ਜਿਹੜਾ ਘਰ ਵਿੱਚ ਵੱਡਾ ਭਾਈ ਹੁੰਦਾ ਹੈ ਨਾ, ਭਰਾ ਹੁੰਦਾ ਹੈ, ਉਹਨੂੰ ਭਾਈ ਜੇਠਾ ਜੀ ਕਹਿ ਕੇ ਜਾਣਿਆ ਜਾਂਦਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ 'ਚ ਆਏ, ਹੱਥ ਜੋੜ ਕੇ ਜੋਦੜੀਆਂ ਕਰਦੇ ਨੇ। ਉਹ ਬਚਪਨ ਦੇਖੋ ਜੀ ਕਿ ਕਿਵੇਂ ਇੱਥੋਂ ਤੱਕ ਗਲੀਆਂ ਦੇ ਵਿੱਚ ਘੁੰਮਣੀਆਂ ਵੇਚ ਕੇ ਗੁਜ਼ਾਰਾ ਕੀਤਾ, ਕਿਤੇ ਹੋਕੇ ਦਿੰਦੇ ਰਹੇ ਸੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਘੁੰਮਣੀਆਂ ਵੇਚ ਕੇ ਗੁਜ਼ਾਰਾ ਕੀਤਾ। ਸਮਾਂ ਕੱਢ ਕਰਕੇ ਦੇਖੋ, ਸਮੇਂ ਦਾ ਦਸਵੰਧ ਕੱਢ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕਰਕੇ ਰੁਕ ਸੇਵਾ ਕਰਨੀ। ਉੱਥੇ ਪਤਾ ਲੱਗ ਗਿਆ ਸੀ ਸਤਿਗੁਰੂ ਜੀ ਨੂੰ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਮਨ ਕਰਕੇ ਇੱਥੋਂ ਤੱਕ ਸੇਵਾ ਕਰੇਗਾ ਗੁਰੂ ਘਰ ਵਿੱਚ, ਗੁਰੂ ਉਹਦੇ ਵਿਕਾਰਾਂ ਤੇ ਪਰਦੇ ਪਾ ਦਿੰਦੇ ਨੇ। ਮਨ 'ਚ ਕਿਤੇ ਇਹ ਨਹੀਂ ਸੋਚਿਆ ਕਿ ਮੇਰੀਆਂ ਮਾਮੀਆਂ ਨੇ ਤਿਉੜੀਆਂ ਮੱਥੇ ਤੇ ਪਾ ਲਈਆਂ, ਮੈਨੂੰ ਵੇਖ ਕਰਕੇ ਇੰਨੇ ਭਰੇ ਇੱਥੋਂ ਤੱਕ ਕੌੜੇ ਬਚਨ ਬੋਲੇ ਨੇ। ਸਤਿਗੁਰੂ ਦੀ ਸ਼ਰਨ 'ਚ ਆ ਕੇ ਫਿਰ ਦੇਖੋ ਜੀ ਦਇਆ ਦੇ ਦਾਤੇ ਫਿਰ ਨਿਮਰਤਾ ਵਿੱਚ ਆ ਕੇ ਭਿੱਜਣੇ ਸ਼ੁਰੂ ਹੋ ਗਏ। ਸਤਿਗੁਰੂ ਜੀ ਨੇ ਸੇਵਾ ਵਿੱਚ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਲਾਉਣਾ। ਜਿੱਥੇ ਜਿੱਥੇ ਸੇਵਾ ਦਿੱਤੀ ਸੀ ਨਾ, ਉਹ ਗੁਰੂ ਦਾ ਹੁਕਮ ਮੰਨ ਕੇ ਆਪਣੇ ਜੀਵਨ ਵਿੱਚ ਘਾਲਣਾ ਕਮਾਈ ਕਰਦੇ ਸੀ। ਤੱਕੋ ਕਹਿੰਦੇ ਹੌਲੀ ਹੌਲੀ ਸਮਾਂ ਬਤੀਤ ਹੋਇਆ। ਜਦੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਦੇਖਦੇ ਆ, ਦੋ ਧੀਆਂ ਨੇ ਜਨਮ ਲਿਆ ਸੀ, ਦੋ ਪੁੱਤਰ ਸੀ ਉਹਨਾਂ ਦੇ, ਬੀਬੀ ਦਾਨੀ ਤੇ ਬੀਬੀ ਭਾਨੀ। ਬੀਬੀ ਦਾਨੀ ਜੀ ਵੱਡੇ ਸੀ, ਬੀਬੀ ਭਾਨੀ ਜੀ ਛੋਟੇ। ਕਹਿਣ ਲੱਗੇ ਕਿ ਬੀਬੀ ਭਾਨੀ ਹੁਣ ਦੇਖੋ ਜਵਾਨ ਹੋ ਗਏ ਨੇ, ਆਨੰਦ ਕਾਰਜ ਵੱਡੀ ਧੀ ਦਾ ਹੋਇਆ। ਕਹਿਣ ਲੱਗੇ ਧੀ ਵੀ ਜਵਾਨ ਹੋਈ ਹੈ, ਆਪਾਂ ਕਿਉਂ ਨਾ ਹੋਵੇ ਬੀਬੀ ਭਾਨੀ ਜੀ ਦੇ ਵਾਸਤੇ ਰਿਸ਼ਤਾ ਲੱਭੀਏ, ਕੋਈ ਚੰਗੇ ਵਰ ਦੀ ਇੱਥੋਂ ਤੱਕ ਲੋੜ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਵਿਚਾਰ ਵਟਾਂਦਰਾ
ਬੀਬੀ ਮਨਸਾ ਦੇਵੀ ਜੀ ਕਰ ਰਹੇ ਨੇ, ਜਿਨ੍ਹਾਂ ਦਾ ਇਤਿਹਾਸ ਵਿੱਚ ਮਾਤਾ ਰਾਮ ਜੀ ਵੀ ਕਰਕੇ ਨਾਮ ਆਉਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਕਹਿਣ ਲੱਗੇ, ਕਿਉਂ ਨਾ ਹੋਵੇ ਜੇ ਵਰ ਦੀ ਇੱਥੋਂ ਤੱਕ ਭਾਲ ਕਰਦੇ ਆ, ਆਪਾਂ ਨੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਹੀ ਵਰਗਾ ਆਪਣੀ ਧੀ ਲਈ ਵਰ ਚਾਹੀਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਭਾਗਵਾਨੇ ਜੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵੱਲ ਇਸ਼ਾਰਾ ਕੀਤਾ ਹੈ ਤੇ ਇਹਦੇ ਵਰਗਾ ਇਹੀ ਖੁਦ ਆਪ ਹੈ, ਇਹਦੇ ਵਰਗਾ ਦੁਨੀਆ ਵਿੱਚ ਕੋਈ ਹੋਰ ਹੋ ਨਹੀਂ ਸਕਦਾ। ਦੇਖੋ ਜੀ, ਸਤਿਗੁਰੂ ਦੇ ਇਹਨਾਂ ਬੋਲਾਂ ਨੂੰ ਪ੍ਰਵਾਨ ਕਰਦੇ ਹੋਏ ਮਾਤਾ ਜੀ ਨੇ ਅੱਗੋਂ ਜੀਭਾ ਤੋਂ ਜੀ ਸ਼ਬਦ ਵਰਤਿਆ। ਕਹਿਣ ਲੱਗੇ, ਅਸੀਂ ਤਾਂ ਤਿਆਰ ਹਾਂ ਧੀ ਦਾ ਹੱਥ ਇਸ ਲੜਕੇ ਦੇ ਹੱਥ ਵਿੱਚ ਦੇਣ ਲਈ। ਕਹਿਣ ਲੱਗੇ ਕਿ ਇਹੀ ਵਰ ਚੰਗਾ ਲੱਗਾ ਹੈ ਸਾਡੀ ਧੀ ਦੇ ਵਾਸਤੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨਾਲ ਆਨੰਦ ਕਾਰਜ ਕਰਾ ਦਿੱਤਾ। ਹੁਣ ਸੇਵਾਵਾਂ ਜਿਹੜੀਆਂ ਕਹਿੰਦੇ ਨੇ, ਫਿਰ ਗੁਰੂ ਘਰ ਦੇ ਵਿੱਚ ਗੁਰੂ ਰਾਮਦਾਸ ਜੀ ਕਰਦੇ ਨੇ। ਗੋਇੰਦਵਾਲ ਦੀ ਧਰਤੀ ਤੇ ਬੌਲੀ ਦਾ ਨਿਰਵਾਣ ਜਦੋਂ ਆਰੰਭ ਹੋਇਆ ਸੀ ਨਾ, ਸੇਵਾ ਸਾਰੀ ਆਰੰਭ ਹੋਈ। ਉੱਥੇ ਦੇਖੋ ਜੀ, ਸਿਰ ਦੇ ਉੱਪਰ ਗਾਰੇ ਦੇ ਬਾਲਟੇ ਚੁੱਕੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਲਾਹੌਰ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚੱਲ ਕੇ ਰਿਸ਼ਤੇ ਵਿੱਚ ਤਾਇਆ ਜੀ ਆਏ ਨੇ। ਇਤਿਹਾਸ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਮੰਗਲ ਜੀ ਕਰਕੇ। ਜਿਹੜੇ ਆਏ ਸੀ ਨਾ ਖੁਦ ਚੱਲ ਕੇ, ਉਹਨਾਂ ਦਾ ਇਤਿਹਾਸਿਕ ਜ਼ਿਕਰ ਆਉਂਦਾ ਹੈ ਭਾਈ ਮੰਗਲ ਜੀ। ਦੇਖੋ ਜੀ, ਖੁਦ ਚੱਲ ਕੇ ਆਏ, ਉਹਨਾਂ ਨੇ ਦੇਖਿਆ ਕਿ ਠਾਠ ਬਾਠ ਬਹੁਤ ਹੋਵੇਗੀ। ਉਹ ਦੇਵੀ ਦੇ ਯਾਤਰਾ ਤੇ ਜਾ ਰਹੇ ਸੀ। ਉਹ ਕਹਿੰਦੇ ਕਿ ਰਸਤੇ ਵਿੱਚ ਖੜ ਜਾਂਦੇ ਆ, ਆਪਣੇ ਇੱਥੋਂ ਤੱਕ ਭਾਈ ਜੇਠੇ ਦੇ ਕੋਲ ਖਲੋਵਾਂਗੇ, ਦੇਖਾਂਗੇ ਘਰ ਵਿੱਚ ਜਵਾਈ ਪੁਣਾ ਠਾਠ ਬਾਠ ਬਹੁਤ ਹੋਵੇਗੀ। ਗੁਰੂ ਘਰ ਦੇ ਵਿੱਚ ਜਵਾਈ ਉਹਨਾਂ ਦੀ ਧੀ ਨਾਲ ਰਿਸ਼ਤਾ ਹੋਇਆ। ਜਦੋਂ ਜਾ ਕੇ ਦੇਖਿਆ, ਸਿਰ ਦੇ ਉੱਪਰ ਗਾਰੇ ਦਾ ਬਾਲਟਾ ਤੇ ਜਿੰਨਾ ਦਾੜਾ ਸਤਿਗੁਰੂ ਦਾ ਕਿੱਡਾ ਵੱਡਾ ਪ੍ਰਕਾਸ਼ ਸੋਹਣਾ ਲਿਸ਼ਕਾ ਮਾਰਦਾ ਹੈ। ਉਹ ਦੇਖੋ ਜੀ, ਗਾਰ ਦੇ ਨਾਲ ਭਰਿਆ ਪਿਆ ਹੈ। ਜਦੋਂ ਤੱਕਿਆ ਕਿ ਇਹ ਸਾਡਾ ਭਾਈ ਜੇਠਾ, ਲਾਗੇ ਗੁਰੂ ਅਮਰਦਾਸ ਮਹਾਰਾਜ ਜੀ ਖੜੇ ਨੇ ਤੇ ਉਹ ਲਾਹੌਰ ਤੋਂ ਚੱਲ ਕੇ ਆਏ ਮੰਗਲ ਨਾਮ ਦੇ ਸਿੱਖ ਨੇ। ਉਹ ਦੇਖੋ ਜੀ, ਇੱਕ ਜਿੱਦਾਂ ਮਿਹਣਾ ਮਾਰਦਾ ਹੈ ਨਾ ਕੋਈ, ਉੱਦਾਂ ਮਿਹਣਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿ ਸਾਡੇ ਇੱਥੋਂ ਤੱਕ ਬੱਚੇ ਦੇ ਸਿਰ ਦੇ ਉੱਪਰ ਗਾਰੇ ਦਾ ਬਾਲਟਾ ਕਿਉਂ? ਅਸੀਂ ਤਾਂ ਸਮਝਿਆ ਸੀ ਘਰ ਜਵਾਈ ਹੋਵੇਗਾ, ਬਹੁਤ ਠਾਠ ਬਾਠ ਹੋਵੇਗੀ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਇਹਨਾਂ ਦੇ ਸਿਰ ਦੇ ਉੱਪਰ ਗਾਰੇ ਦਾ ਬਾਲਟਾ ਨਹੀਂ, ਲਾਗੇ ਬਾਬਾ ਬੁੱਢਾ ਸਾਹਿਬ ਜੀ ਖੜੇ ਨੇ। ਕਹਿਣ ਲੱਗੇ ਕਿ ਤੁਹਾਨੂੰ ਗਾਰੇ ਦਾ ਬਾਲਟਾ ਨਜ਼ਰ ਪਿਆ ਆ ਰਿਹਾ ਹੈ? ਕਹਿਣ ਲੱਗੇ, ਦਾਤਾ ਹੱਥ ਜੋੜ ਕੇ ਬਾਬਾ ਬੁੱਢਾ ਸਾਹਿਬ ਜੀ, ਤੁਹਾਡੀਆਂ ਤੁਸੀਂ ਜਾਣਦੇ ਜੇ, ਮੈਨੂੰ ਸਿਰ ਤੇ ਗਾਰੇ ਦਾ ਬਾਲਟਾ ਨਹੀਂ, ਤਾਜ ਝੁਲਦਾ ਨਜ਼ਰ ਆ ਰਿਹਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਇਹਨਾਂ ਦੇ ਸਿਰ ਦੇ ਉੱਪਰ ਗਾਰੇ ਦਾ ਬਾਲਟਾ ਨਹੀਂ, ਇਹਨਾਂ ਦੇ ਸਿਰ ਦੇ ਉੱਪਰ ਸੋਨੇ ਦਾ ਛਤਰ ਝੁਲਦਾ ਪਿਆ ਹੈ। ਕਿੱਡੀ ਵੱਡੀ ਇੱਥੋਂ ਤੱਕ ਮਹਾਨਤਾ। ਭਾਵੇਂ ਕਿੰਨੇ ਵੀ ਇੱਥੋਂ ਤੱਕ ਆਪਣੇ ਅੰਦਰ ਜੀਵ ਬੰਦਾ ਸੋਚੇ ਕਿ ਮੈਂ ਪਾਪ ਕੀਤੇ ਨੇ, ਭਾਵੇਂ ਮੈਂ ਠੋਕਰਾਂ ਖਾ ਰਿਹਾ, ਮੈਂ ਗਰੀਬ ਹਾਂ, ਅਨਾਥ ਹਾਂ, ਪਰ ਉਹ ਦੇਖੋ ਜੀ ਵਡਿਆਈ ਕਿ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੰਦਰ ਕੇਵਲ ਤਾਂ ਕੇਵਲ ਦੇਖੇ ਸੀ ਗੁਣ। ਅੱਜ ਦੇ ਸਮੇਂ ਵਿੱਚ ਅਸੀਂ ਕਈ ਵਾਰੀ ਸੋਚਦੇ ਹਾਂ ਨਾ ਕਿ ਅਸੀਂ ਇਤਿਹਾਸ ਦੇ ਵਿੱਚ ਇਹ ਜ਼ਿਕਰ ਜ਼ਰੂਰ ਚੇਤੇ ਕਰਦੇ ਹਾਂ ਕਿ ਦੇਖੋ ਜੀ, ਮਾਤਾ ਮਨਸਾ ਜੀ ਨੇ ਇਹ ਜ਼ਿਕਰ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿ ਗੁਰੂ ਰਾਮਦਾਸ ਜੀ ਵਰਗਾ ਸਾਨੂੰ ਧੀ ਲਈ ਵਰ ਚਾਹੀਦਾ। ਅੱਜ ਦੇ ਸਮੇਂ ਦੇ ਦੌਰਾਨ ਅਸੀਂ ਦੇਖਦੇ ਹਾਂ, ਭਾਵੇਂ ਕਿਸੇ ਵੀ ਲੜਕੇ ਦੇ ਹਿੱਸੇ 100 ਕਿੱਲਾ ਆਉਂਦਾ ਹੋਵੇ ਨਾ, ਤੇ ਨਸ਼ਾ ਵੀ ਇੱਥੋਂ ਤੱਕ ਕਰਦਾ ਹੋਵੇਗਾ, ਅਸੀਂ ਫਿਰ ਵੀ ਧੀ ਦਾ ਹੱਥ ਉਸ ਲੜਕੇ ਦੇ ਹੱਥ ਵਿੱਚ ਦੇਣ ਨੂੰ ਤਿਆਰ ਹੋਵਾਂਗੇ। ਦੇਖਦੇ ਕੀ ਅਸੀਂ? ਕੇਵਲ ਤਾਂ ਕੇਵਲ 100 ਕਿੱਲਾ ਜ਼ਮੀਨ ਦੇਖਦੇ ਹਾਂ, ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੇਖਿਆ ਏ ਕੇਵਲ ਤਾਂ ਕੇਵਲ ਉਹਨਾਂ ਦੇ ਅੰਦਰ ਗੁਣ, ਕਿ ਉਹਨਾਂ ਦਾ ਜੀਵਨ ਕਿੰਨਾ ਇੱਥੋਂ ਤੱਕ ਵਧੀਆ ਨਿਰਭਰ ਹੋ ਰਿਹਾ ਹੈ ਗੁਰੂ ਦੇ ਚਰਨਾਂ ਦੇ ਵਿੱਚ, ਕਿੰਨਾ ਵਧੀਆ ਇੱਥੋਂ ਤੱਕ ਉਹਨਾਂ ਦੇ ਅੰਦਰ ਗੁਣ ਹੈ, ਇੰਨੀ ਨਿਮਰਤਾ, ਇੰਨਾ ਇੱਥੋਂ ਤੱਕ ਉੱਚਾ ਸੁੱਚਾ ਜੀਵਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਗੱਲ ਦੇ ਨਾਲ ਲਾਇਆ ਤੇ ਜਦੋਂ ਕਹਿ ਰਹੇ ਨੇ ਸਿਰ ਦੇ ਉੱਪਰ ਸੋਨੇ ਦਾ ਛਤਰ, ਉਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵਿਚਾਰਾਂ ਚੇਤੇ ਆਉਂਦੀਆਂ ਹੋਣਗੀਆਂ ਕਿ ਵਾਕਿਆ ਹੀ ਜੇ ਜ਼ਿੰਦਗੀ ਵਿੱਚ ਸਿੱਖਿਆ ਲੈਣੀ ਹੋਵੇ ਕਿਸੇ ਵੀ ਇੱਥੋਂ ਤੱਕ ਜਵਾਈ ਨੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਲੈ ਸਕਦੇ, ਕਿਉਂਕਿ ਇਹ ਸੱਚੀ ਅਟਲ ਸੱਚਾਈ ਹੈ। ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਇੱਥੋਂ ਤੱਕ ਜਵਾਈ ਆਪਣੇ ਸਹੁਰੇ ਘਰ ਜਾਵੇ ਨਾ, ਉੱਥੇ ਉਹ ਇਹ ਵਿਚਾਰ ਸੋਚਦਾ ਹੈ ਕਿ ਕੇਵਲ ਤਾਂ ਕੇਵਲ ਮੇਰੀ ਇੱਜ਼ਤ ਹੋਵੇ, ਮੇਰੇ ਲਈ ਵਧੀਆ ਅੱਗੇ ਸੁੱਕਾ ਪਨੀਰ ਭੁਰਜੀ ਬਣੀ ਹੋਵੇ ਤੇ ਮੈਂ ਚੋਪੜੀ ਦੇਸੀ ਘਿਓ ਨਾਲ ਰੋਟੀ ਮੇਰੇ ਅੱਗੇ ਥਾਲੀ ਵਿੱਚ ਹੋਵੇ ਤੇ ਮੈਂ ਵਧੀਆ ਤਰੀਕੇ ਦੇ ਨਾਲ ਠਾਠ ਬਾਠ ਐ ਇੱਜ਼ਤ ਨਾਲ ਖਾਵਾਂ, ਉੱਚਾ ਮੇਜ਼ ਲੱਗਾ ਹੋਵੇ, ਨੀਵੀਂ ਕੁਰਸੀ ਬਰੋਬਰ ਦੀ। ਐ ਕੋਈ ਵੀ ਇੱਥੋਂ ਤੱਕ ਗਲਤੀ ਮਿਲ ਗਈ ਉਹਨੇ ਆਪਣੀ ਸੱਸ ਨੂੰ ਜਾਂ ਸਹੁਰਾ ਜੀ ਨੂੰ ਕਹਿ ਦੇਣੀ ਹੈ। ਅੱਜ ਦਾ ਇਹ ਇੱਥੋਂ ਤੱਕ ਕਲਚਰ ਬਣ ਗਿਆ। ਅਸੀਂ ਕਲਚਰ ਨੂੰ ਯਾਦ ਕਰਦੇ ਕਰਦੇ ਨਾ, ਭਾਵੇਂ ਘਰ ਗਰੀਬ ਵੀ ਹੋਵੇ ਨਾ, ਉਹ ਵੀ ਇੱਥੋਂ ਤੱਕ ਸ਼ਾਹੀ ਪਨੀਰ ਜਵਾਈ ਆਏ ਲਈ ਧਰ ਦਿੰਦੇ।
ਗੁਰੂ ਅਮਰਦਾਸ ਪਾਤਸ਼ਾਹ ਜੀ ਯਾਦ ਕਰਦੇ ਹੋਣਗੇ ਕਿ ਅੱਜ ਦੇ ਸਮੇਂ ਦੇ ਵਿੱਚ ਜਵਾਈ ਦੇ ਮੇਜ਼ ਦੇ ਉੱਤੇ ਦਾਰੂ ਦੀ ਬੋਤਲ ਪਈ ਹੈ। ਇੰਨੀ ਇੱਥੋਂ ਤੱਕ ਕਲਚਰ ਨੂੰ ਸੁੱਟ ਕੇ ਨੀਵਾਂ ਤੇ ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਉੱਚਾ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖੋ, ਜੇ ਜਵਾਈ ਵੀ ਇੱਥੋਂ ਤੱਕ ਕਿਸੇ ਨੂੰ ਮਿਲੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਰਗਾ ਮਿਲੇ। ਉਹਨਾਂ ਨੇ ਜਵਾਈ ਨਹੀਂ ਸੀ ਸਮਝਿਆ, ਉਹਨਾਂ ਨੇ ਸਿੱਖ ਜਾਣਿਆ। ਤੇ ਅੱਗੋਂ ਦੇਖੋ ਜੀ, ਉਹਨਾਂ ਨੇ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਸਹੁਰਾ ਜੀ ਨਹੀਂ ਰਿਸ਼ਤੇ ਵਿੱਚ ਸਮਝਿਆ, ਉਹਨਾਂ ਨੇ ਵੀ ਗੁਰੂ ਹੀ ਜਾਣਿਆ, ਆਪਣੇ ਆਪ ਨੂੰ ਨੀਵਾਂ ਸਿੱਖ ਹੀ ਮੰਨਿਆ। ਇੰਨਾ ਵੱਡਾ ਗੁਣ ਦੇਖੋ ਜੀ, ਜੀਵਨ ਝੋਲੀ ਵਿੱਚ ਉਹਨਾਂ ਦੇ ਮਿਲਿਆ। ਉਹਨਾਂ ਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਉਹ ਵਸੀ ਹੋਈ ਜੋਤ ਇੰਨੀ ਕਿਰਪਾ ਬਰਸਾਰੀ ਤੀਸਰੇ ਪਿਤਾ ਗੁਰੂ ਰਾਮਦਾਸ ਜੀ ਦੇ ਉੱਪਰ ਕਿ ਕਹਿ ਰਹੇ ਨੇ ਕਿ ਸੋਨੇ ਦਾ ਸਿਰ ਤੇ ਛਤਰ ਪਿਆ ਝੁਲਦਾ ਨਜ਼ਰ ਆ ਰਿਹਾ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿਣੀ ਤੇ ਕਥਨੀ ਦੇ ਮਾਲਕ ਜ਼ਰੂਰ ਸੀ। ਆਪ ਜੀ ਨੇ ਇਤਿਹਾਸ ਦੇ ਵਿੱਚ ਇੱਕ ਸਾਖੀ ਨੂੰ ਵਾਚਿਆ ਹੋਵੇਗਾ ਕਿ ਜਦੋਂ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਕਿ ਥੜਾ ਜਿਹੜਾ ਇਹ ਤੁਸੀਂ ਬਣਾਓ, ਭਾਈ ਰਾਮਾ ਜੀ ਨੂੰ ਪਹਿਲਾਂ ਹੁਕਮ ਕੀਤਾ ਜਾਂਦਾ ਹੈ ਕਿਉਂਕਿ ਉਹ ਜਵਾਈ ਨੇ, ਉਹ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੀ ਉਹਨਾਂ ਦੇ ਘਰ ਦੇ ਜਵਾਈ ਨੇ ਰਿਸ਼ਤੇ ਵਿੱਚ, ਪਰ ਆਪਣੇ ਆਪ ਨੂੰ ਇਹ ਸਿੱਖ ਸਮਝਦੇ ਨੇ। ਭਾਈ ਰਾਮਾ ਜੀ ਜਵਾਈ ਸਮਝਦੇ ਸੀ ਆਪਣੇ ਆਪ ਨੂੰ ਕਿ ਸਾਡੀ ਬੜੀ ਠਾਠ ਬਾਠ। ਥੜਾ ਦੇਖੋ ਜੀ, ਭਾਈ ਰਾਮਾ ਜੀ ਨੇ 2 ਦਿਨ ਬਣਾਇਆ ਤੇ ਢਾ ਦੇਣਾ। ਗੁਰੂ ਜੀ ਨੇ ਸਵੇਰੇ ਕਹਿ ਜਾਣਾ ਕਿ ਇੱਥੇ ਥੜਾ ਬਣਾਵੋ, ਸ਼ਾਮ ਨੂੰ ਆ ਕੇ ਕਹਿ ਦੇਣਾ ਕਿ ਵਧੀਆ ਨਹੀਂ ਬਣਿਆ। ਇੱਥੇ ਗੁਰੂ ਦਾ ਬਚਨ ਮੰਨਣ ਦੀ ਵਡਿਆਈ ਹੈ। ਜਦੋਂ ਦੇਖੋ ਜੀ ਇਹ ਬਚਨ ਹੋਣੇ, ਭਾਈ ਰਾਮਾ ਜੀ ਨੇ ਕਹਿ ਦਿੱਤਾ ਕਿ ਤੁਹਾਡੀ ਉਮਰ ਇੱਥੋਂ ਤੱਕ 93-94 ਸਾਲ ਦੀ ਹੋ ਗਈ ਹੈ, ਤੁਸੀਂ ਸਵੇਰੇ ਕਹਿ ਕੇ ਕੁਝ ਜਾਂਦੇ ਜੇ, ਸ਼ਾਮ ਨੂੰ ਪਰਤ ਕੇ ਇੱਥੋਂ ਤੱਕ ਕੁਝ ਕਹਿ ਦਿੰਦੇ ਜੀ, ਤੁਹਾਡੀ ਅਵਸਥਾ ਬਜ਼ੁਰਗ ਹੋ ਗਈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹਿੱਸੇ ਸੇਵਾ ਆਈ। ਚੌਥਾ ਦਿਨ ਆਇਆ, ਥੜਾ ਸਵੇਰੇ ਬਣਾਇਆ, ਸ਼ਾਮ ਨੂੰ ਢਾ ਦਿੱਤਾ। 5ਵਾਂ 6ਵਾਂ ਦਿਨ ਬਤੀਤ ਹੋਇਆ। ਜਦੋਂ 7ਵੇਂ ਦਿਨ ਦੇਖੋ ਜੀ ਥੜਾ ਤਿਆਰ ਕੀਤਾ, ਸਵੇਰੇ ਆਪਣੇ ਕਰ ਕਮਲਾਂ ਦੇ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਥੜਾ ਉਹ ਤਿਆਰ ਕੀਤਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸ਼ਾਮ ਨੂੰ ਜਦੋਂ ਆ ਕੇ ਕਹਿ ਦਿੱਤਾ ਕਿ ਇਹਨੂੰ ਢਾ ਦੇਵੋ, ਹੱਥ ਜੋੜ ਕੇ ਦੇਖੋ ਜੀ ਸਾਰੇ ਵਸਤਰ ਲਿਬੜੇ ਨੇ, ਹੱਥ ਜੋੜ ਕੇ ਸੀਸ ਝੁਕਾ ਦਿੱਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿ ਸਤਿਗੁਰੂ ਦਾਤਾ ਜੀ, ਜਿੱਦਾਂ ਤੁਸੀਂ ਦਾ ਥੜਾ ਮੰਗਦੇ ਪਏ ਜੇ ਨਾ, ਇਸ ਤਰ੍ਹਾਂ ਦਾ ਮੇਰੇ ਕੋਲੋਂ ਕਦੀ ਵੀ ਜ਼ਿੰਦਗੀ ਦੇ ਵਿੱਚ ਨਹੀਂ ਗਾ ਬਣੇਗਾ। ਆਪ ਕਿਰਪਾ ਕਰਕੇ ਇੰਨੀ ਕੁ ਮੱਤ ਦੇਵੋ ਕਿ ਜਿੱਦਾਂ ਤੁਸੀਂ ਕਹਿ ਰਹੇ ਜੇ ਮੈਂ ਉਹਦੇ ਤੇ ਚੱਲਣ ਲਈ ਤਿਆਰ ਹੋ ਜਾਵਾਂ। ਸਤਿਗੁਰੂ ਜੀ ਦੇਖੋ ਜੀ ਘੁੱਟ ਕੇ ਗਲ ਨਾਲ ਲਾ ਕੇ ਕਹਿਣ ਲੱਗੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਗੁਰਮੁਖਾ ਤੂੰ ਇੱਥੋਂ ਤੱਕ ਕੇਵਲ ਥੜਾ ਹੀ ਨਹੀਂ ਬਣਾਇਆ, ਆਪਣੇ ਇੱਥੋਂ ਤੱਕ ਘਰ ਦੇ ਵਿੱਚ ਵੰਸ਼ਾਂ ਦਾ ਇਹ ਸਿਖਾਸਨ ਜਿਹੜਾ ਬਣਾ ਦਿੱਤਾ ਹੈ, ਇਹ ਉਹਨਾਂ ਦੀ ਗੱਦੀ ਬਣਾ ਦਿੱਤੀ ਹੈ, ਉਹਨਾਂ ਦੇ ਹਿੱਸੇ ਆਈ ਸੇਵਾ ਬਣਾ ਦਿੱਤੀ ਹੈ। ਕਹਿੰਦੇ ਬਹੁਤ ਵੱਡਾ ਬਲ ਤੇਰੇ ਅੰਦਰ ਹੈ ਜਿਹੜਾ ਰਗ ਰਗ ਵਿੱਚ ਵਸਿਆ। ਕਹਿਣ ਲੱਗੇ ਕੇਵਲ ਅਸੀਂ ਤੱਕਣਾ ਸੀ ਕਿ ਬਚਨ ਦੇ ਪੂਰੇ ਤੁਸੀਂ ਅਟਲ ਹੋ। ਹੱਥ ਜੋੜ ਕੇ ਕਿਹਾ, ਦਾਤਾ ਜੋ ਵੀ ਆਪ ਕਹੋਗੇ ਨਾ, ਮੈਂ ਇੱਥੋਂ ਤੱਕ ਤੁਹਾਡੇ ਅੱਗੇ ਸੀਸ ਝੁਕਾ ਕੇ ਤੁਹਾਡਾ ਬਚਨ ਜ਼ਰੂਰ ਮੰਨਣ ਲਈ ਤਿਆਰ ਹਾਂ। ਜਿੱਥੇ ਵੀ ਹੋਈ ਹੈ ਪਰਖ ਹੋਈ ਹੈ। ਪਹਿਲੇ ਜਾਮੇ ਵਿੱਚ ਦੇਖੋ ਜੀ ਲੋਟਾ ਕੱਢਣ ਦਾ ਇੱਥੋਂ ਤੱਕ ਪਰਖ ਦਾ ਜ਼ਿਕਰ ਆਉਂਦਾ ਹੈ, ਦੂਸਰੇ ਜਾਮੇ ਵਿੱਚ ਰੁੱਖ ਤੇ ਚੜ੍ਹਨ ਦਾ ਜ਼ਿਕਰ ਆਉਂਦਾ ਹੈ ਪਰਖ ਦਾ, ਤੇ ਤੀਸਰੇ ਜਾਮੇ ਵਿੱਚ ਗਾਗਰ ਢੋਣ ਦੀ ਪਰਖ ਦਾ ਜ਼ਿਕਰ ਆਉਂਦਾ ਹੈ, ਚੌਥੇ ਜਾਮੇ ਵਿੱਚ ਥੜੇ ਦਾ ਜ਼ਿਕਰ ਆਉਂਦਾ ਹੈ। ਤੇ ਇੱਥੇ ਹੀ ਕਹਿੰਦੇ ਜਿੱਥੇ ਪਰਖਾਂ ਵਿੱਚੋਂ ਸਿੱਖ ਪਾਸ ਹੋ ਜਾਂਦਾ ਸੀ ਨਾ, ਉਹਨਾਂ ਦੇ ਹਿੱਸੇ ਇੱਥੋਂ ਤੱਕ ਗੁਰਤਾ ਗੱਦੀ ਆ ਜਾਂਦੀ ਸੀ, ਗੁਰੂ ਨਾਨਕ ਦੀ ਜੋਤ ਉਹਦੇ ਹਿੱਸੇ ਆ ਜਾਂਦੀ ਸੀ। ਇਹ ਕਿੱਡੀ ਵੱਡੀ ਇੱਥੋਂ ਤੱਕ ਵਡਿਆਈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਆਈ। ਸੇਵਾ ਦੇ ਇੱਥੋਂ ਤੱਕ ਪੁੰਜ ਬਣੇ, ਨਿਮਰਤਾ ਦੇ ਸਾਗਰ ਬਣੇ, ਤੇ ਇਹ ਵਡਿਆਈ ਜਿਹੜੀ ਹਮੇਸ਼ਾ ਜੁਗੋ ਜੁਗ ਉਹਨਾਂ ਦੇ ਜੀਵਨ ਵਿੱਚ ਕਾਇਮ ਹੋਊਗੀ। ਤੇ ਜਿੱਦਣ ਦੇਖੋ ਜੀ ਗੁਰਤਾ ਗੱਦੀ ਦੇ ਉੱਪਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸੁਭਾਏਮਾਨ ਕਰਨ ਲੱਗੇ ਆਪਣੇ ਕਰ ਕਮਲਾਂ ਦੇ ਨਾਲ, ਭਾਈ ਜੇਠਾ ਜੀ ਨੂੰ ਤੱਕਿਆ ਏ। ਆਪ ਇਹ ਬਚਨ ਦੇ ਨਾਲ ਜਾਣਦੇ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਲਿਆ ਕੇ ਉਸ ਗੁਰਤਾ ਗੱਦੀ ਤੇ ਸੁਭਾਏਮਾਨ ਕਰ ਦਿੱਤਾ। ਪਹਿਲਾਂ ਆਪ ਨਮਸਕਾਰ ਕੀਤੀ, ਦੂਸਰਾ ਮੱਥਾ ਟੇਕਿਆ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਜਿੱਥੇ ਬਾਬਾ ਜੀ ਦਾ ਮੱਥਾ ਟਿਕ ਜਾਂਦਾ ਸੀ ਪੱਕੀ ਇਹ ਮੋਹਰ ਲੱਗ ਜਾਂਦੀ ਸੀ, ਜਿਵੇਂ ਜ਼ਮੀਨ ਤੇ ਪਟਵਾਰੀ ਦੀ ਮੋਹਰ ਲੱਗਦੀ ਹੈ ਨਾ, ਉੱਥੇ ਗੁਰੂ ਦੀ ਜੋਤ ਗੁਰਤਾ ਗੱਦੀ ਤੇ ਸੁਭਾਏਮਾਨ ਹੋਇਆ, ਤੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਮੱਥਾ ਟਿਕ ਜਾਂਦਾ ਸੀ ਪੱਕੀ ਮੋਹਰ ਲੱਗ ਜਾਂਦੀ ਸੀ ਕਿ ਵਾਕਿਆ ਹੀ ਗੁਰੂ ਨਾਨਕ ਦੀ ਅਗਲੀ ਜੋਤ ਇਹਨਾਂ ਅੰਦਰ ਵਸਾ ਕਰਦੀ। ਤੇ ਜਿੱਦਣ ਦੇਖੋ ਗੁਰਤਾ ਗੱਦੀ ਤੇ ਬੈਠੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਨੇਤਰ ਜਿਹੜੇ ਨਾ ਛਿੱਜਲ ਗਏ ਨੇ, ਨੇਤਰਾਂ ਵਿੱਚੋਂ ਹੰਝੂ ਕਿਰਨੇ ਸ਼ੁਰੂ ਹੋ ਗਏ। ਸਤਿਗੁਰੂ ਜੀ ਪੁੱਛਣ ਲੱਗੇ ਕੀ ਕਾਰਨ? ਹੱਥ ਜੋੜ ਕੇ ਕਹਿਣ ਲੱਗੇ, ਗੁਰੂ ਰਾਮਦਾਸ ਮਹਾਰਾਜ ਜੀ, ਇਹ ਦਾਤਾ ਜੀ ਤੁਸੀਂ ਇੱਥੋਂ ਤੱਕ ਇੰਨੀ ਕਿਰਪਾ ਕੀਤੀ ਹੈ, ਤੁਸੀਂ ਮੇਰੇ ਮਾਤਾ ਵੀ ਹੋ,
ਤੁਸੀਂ ਮੇਰੇ ਪਿਤਾ ਵੀ ਹੋ, ਤੁਸੀਂ ਇੱਥੋਂ ਤੱਕ ਮੇਰੇ ਗੁਰੂ ਵੀ ਹੋ, ਮੇਰੇ ਸਭ ਕੁਝ ਹੋ। ਮੈਂ ਰੁਲਦਾ ਸੀ, ਕੋਈ ਇੱਥੋਂ ਤੱਕ ਮੇਰੇ ਨੂੰ ਪੁੱਛਦਾ ਨਹੀਂ ਸੀ। ਜਦੋਂ ਮੈਂ ਘੁੰਗਣੀਆਂ ਵੇਚਦਾ ਸੀ, ਆਪਣਾ ਮਸਾਂ ਗੁਜ਼ਾਰਾ ਕਰਦਾ ਸੀ। ਆਪ ਜੀ ਨੇ ਇੱਥੋਂ ਤੱਕ ਇੰਨੀ ਕਿਰਪਾ ਕੀਤੀ ਹੈ, ਮੈਨੂੰ ਇੱਥੋਂ ਤੱਕ ਨੀਵਿਆਂ ਤੋਂ ਉੱਚਾ ਕਰ ਦਿੱਤਾ। ਇਹ ਵਡਿਆਈ ਆਪ ਨੇ ਬਖਸ਼ੀ ਹੈ। ਹਮ ਰੂਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਤੁਹਾਡੀ ਕਿਰਪਾ ਦੇ ਨਾਲ ਅਸੀਂ ਅੱਜ ਇੰਨੇ ਜੋਗੇ ਹੋ ਗਏ ਆ। ਨੇਤਰਾਂ ਦੇ ਵਿੱਚੋਂ ਦੇਖੋ ਹੰਝੂ ਕਿਰ ਰਹੇ ਨੇ, ਤੇ ਨਾਲ ਦੱਸਦੇ ਪਏ ਨੇ ਕਿ ਸਾਡੇ ਇੱਥੋਂ ਤੱਕ ਸਕਿਆਂ ਨੇ ਮੱਥੇ ਤੇ ਤਿਉੜੀਆਂ ਪਾ ਲੀਆਂ। ਤੁਹਾਡੀ ਸ਼ਰਨ 'ਚ ਆਏ ਪਾਤਸ਼ਾਹ ਜੀ, ਤੁਸੀਂ ਹੱਸ ਕੇ ਮੈਨੂੰ ਗੱਲ ਦੇ ਨਾਲ ਲਾਇਆ। ਮੈਨੂੰ ਦੁੱਖ ਤਾਂ ਇੱਥੋਂ ਤੱਕ ਉਹ ਚੀਜ਼ ਦਾ ਹੋ ਰਿਹਾ ਏ ਕਿ ਬੜੀਆਂ ਥਾਵਾਂ ਤੇ ਠੋਕਰਾਂ ਖਾਧੀਆਂ, ਪਰ ਸੱਚੇ ਗੁਰੂ ਦੀ ਹੀ ਸ਼ਰਨ ਦਾ ਆਸਰਾ ਲੈ ਲਈਏ ਤੇ ਸਾਰੀ ਭਟਕਣਾ ਹੀ ਖਤਮ ਹੋ ਜਾਂਦੀ। ਦੇਖੋ ਕਿੱਡਾ ਵੱਡਾ ਦਰ ਹੈ। ਕਿੰਨੇ ਵੀ ਇੱਥੋਂ ਤੱਕ ਦਾਤਾਂ ਦੇ ਪ੍ਰਤੀਕ ਆਪ ਹੋ ਜਾਣ ਗੁਰੂ ਅਮਰਦਾਸ ਪਾਤਸ਼ਾਹ ਜੀ, ਪਰ ਆਪਣੇ ਇੱਥੋਂ ਤੱਕ ਨਿਮਾਣਿਆਂ ਨੂੰ ਗੱਲ ਦੇ ਨਾਲ ਜ਼ਰੂਰ ਲਾਇਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਜਦੋਂ ਸੀਸ ਝੁਕਾਇਆ ਨਾ, ਤੇ ਇਹ ਗੱਲ ਕਹਿ ਦਿੱਤੀ ਕਿ ਅੱਜ ਤੋਂ ਜੁਗੋ ਜੁਗ ਵਡਿਆਈ ਤੁਹਾਡੀ ਹੀ ਸੰਗਤ ਕਰੇਗੀ। ਤੁਹਾਡੇ ਅੰਦਰ ਗੁਰੂ ਨਾਨਕ ਦੀ ਜੋਤ ਵਾਸਾ ਕਰ ਗਈ। ਉੱਥੇ ਦੇਖੋ ਅਸੀਂ ਬਚਨ ਪੜ੍ਹਦੇ ਹਾਂ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਪ੍ਰਥਾਏ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਕਹਿੰਦੇ ਨੇ ਕਿ ਉਸ ਗੁਰੂ ਦੇ ਨੇਤਰਾਂ ਦੇ ਵਿੱਚੋਂ ਹੰਝੂ ਜਿੱਥੇ ਕਿਰਦੇ ਪਏ ਨਾ, ਜਿਨ੍ਹਾਂ ਨੇ ਇੰਨਾ ਵੱਡਾ ਤਪ ਕੀਤਾ, ਜਿਨ੍ਹਾਂ ਨੇ ਜੀਵਨ ਵਿੱਚ ਇੰਨੀ ਵੱਡੀ ਸੇਵਾ ਕੀਤੀ, ਅੱਜ ਸੱਚੇ ਮਨ ਦੇ ਨਾਲ ਕਿਤੇ ਅਸੀਂ ਉਸ ਗੁਰੂ ਨੂੰ ਯਾਦ ਕਰ ਲਈਏ ਤੇ ਸਾਡੇ ਵੀ ਇੱਥੋਂ ਤੱਕ ਜੀਵਨ ਦੇ ਵਿੱਚ ਜਿੰਨੇ ਕੀਤੇ ਹੋਏ ਪਾਪ ਉਹ ਦੂਰ ਹੋ ਜਾਂਦੇ ਨੇ, ਕੱਟੇ ਜਾਂਦੇ ਨੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ। ਜਦੋਂ ਇੱਕ ਵਾਰੀ ਅੰਦਰੋਂ ਭਿੱਜ ਕੇ ਅਸੀਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਨਾਮ ਲਵਾਂਗੇ, ਸਾਡੇ ਅੰਦਰ ਦੇ ਉਹ ਪਾਪ ਹੀ ਕੱਟੇ ਜਾਂਦੇ। ਕਿਉਂਕਿ ਕਿੱਡਾ ਵੀ ਵੱਡਾ ਦੁੱਖ ਹੋਵੇ, ਕਿੰਨਾ ਵੀ ਵੱਡਾ ਇੱਥੋਂ ਤੱਕ ਜੀਵਨ ਵਿੱਚ ਔਗਣ ਹੋਵੇ, ਪਰ ਗੁਰੂ ਜਦੋਂ ਕਿਰਪਾ ਕਰ ਦੇਵੇ ਨਾ, ਉਦੋਂ ਸਾਡੇ ਇੱਥੋਂ ਤੱਕ ਔਗਣਾਂ ਤੇ ਵੀ ਪਰਦਾ ਪਾ ਦਿੰਦੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਮਹਿਮਾ ਅਸੀਂ ਦੇਖਦੇ ਜ਼ਰੂਰ ਹਾਂ, ਪਰ ਕਿਤੇ ਨਾ ਕਿਤੇ ਮਹਿਸੂਸ ਜਿੱਦਣ ਕਰਾਂਗੇ ਨਾ, ਸਾਡੇ ਹਿੱਸੇ ਵਿੱਚ ਉਹ ਗੁਰੂ ਇੱਥੋਂ ਤੱਕ ਆਪਣੀ ਵਡਿਆਈ ਤੇ ਉਹ ਸੇਵਾ ਸਿਮਰਨ ਦੀ ਵਡਿਆਈ ਵੀ ਸਾਡੀ ਝੋਲੀ 'ਚ ਜ਼ਰੂਰ ਪਾ ਦਿੰਦੇ। ਮੈਂ ਇੱਕ ਆਪਣੀ ਹੱਡ ਬੀਤੀ ਛੋਟੀ ਜੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਾਂ। ਗੁਰਦੁਆਰਾ ਸਾਹਿਬ ਵਰਿੰਦਾਵਨ ਦੀ ਧਰਤੀ ਤੇ ਉੱਥੇ ਇਤਿਹਾਸੀ ਸਥਾਨ ਹੈ, ਉੱਥੇ ਕਥਾ ਦੀ ਸੇਵਾ ਲੱਗੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਉਹ ਗੁਰਧਾਮ ਹੈ। ਉੱਥੇ ਦੇਖੋ ਜੀ, ਇੱਕ ਦਿੱਲੀ ਦੀ ਧਰਤੀ ਤੋਂ ਵੀਰ ਚੱਲ ਕੇ ਖੁਦ ਆਇਆ। ਉਹਨੇ ਮੈਨੂੰ ਇੱਕ ਗੱਲ ਦੱਸੀ, ਮੇਰੇ ਮਨ ਦੇ ਵਿੱਚ ਇੰਨੀ ਇੱਥੋਂ ਤੱਕ ਗੁਰੂ ਪਾਤਸ਼ਾਹ ਜੀ ਦੀ ਮਹਿਮਾ ਤੇ ਵਡਿਆਈ ਪੈਦਾ ਹੋਈ, ਤੇ ਮੈਂ ਇੱਕ ਬਚਨ ਕਿਹਾ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਜੀ, ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਜਿੱਥੇ ਟੁੱਟੇ ਵੀ ਹੁੰਦੇ ਨੇ ਨਾ ਆਪ ਜੀ ਦੀ ਨਾਮ ਭਗਤੀ ਤੋਂ, ਉੱਥੇ ਇੱਥੋਂ ਤੱਕ ਜੁਟੇ ਵੀ ਜ਼ਰੂਰ ਹੁੰਦੇ। ਉਹ ਜੁਟੇ ਦੀ ਵਡਿਆਈ, ਉਹ ਦੇਖੋ ਦਰਬਾਰ ਵਿੱਚ ਆਇਆ, ਨਮਸਕਾਰ ਕੀਤੀ, ਗੁਰੂ ਦੀ ਪਰਿਕਰਮਾ ਕਰਕੇ ਨਮਸਕਾਰ ਕਰਕੇ ਸੰਗਤੀ ਰੂਪ ਵਿੱਚ ਜਿੱਦਾਂ ਅਸੀਂ ਬੈਠੇ ਇਦਾਂ ਹੀ ਬਹਿ ਗਿਆ। ਤੇ ਦਰਬਾਰ ਦੇ ਵਿੱਚ ਮੈਂ ਗੁਰਬਾਣੀ ਦਾ ਜਾਪ ਕਰ ਰਿਹਾ। ਵੈਸੇ ਕਲੀ ਜਦੋਂ ਸਮਾਂ ਹੋਵੇ ਨਾ, ਗੁਰਬਾਣੀ ਕੰਠ ਕਰਨ ਦਾ ਇੱਥੋਂ ਤੱਕ ਜਿਹੜਾ ਗੁਣ ਗੁਰੂ ਨੇ ਝੋਲੀ 'ਚ ਪਾਇਆ, ਚਿੱਤ ਕਰਦਾ ਹੈ ਕਿਤੇ ਨਾ ਕਿਤੇ ਜਦੋਂ ਫ੍ਰੀ ਹੋਈਏ ਦਰਬਾਰ ਦੇ ਵਿੱਚ ਬਹਿ ਕੇ ਗੁਰਬਾਣੀ ਨੂੰ ਜਿੰਨਾ ਵੱਧ ਤੋਂ ਵੱਧ ਕੰਠ ਕੀਤਾ ਜਾਵੇ, ਉਨੀ ਇੱਥੋਂ ਤੱਕ ਵਡਿਆਈ ਥੋੜ੍ਹੀ ਹੈ। ਹਰ ਕਿਸੇ ਸਿੱਖ ਨੂੰ ਜਿਹੜਾ ਇਹਨਾਂ ਬਾਣੀ ਜ਼ੁਬਾਨੀ ਯਾਦ ਕਰਨੀ ਚਾਹੀਦੀ, ਹਰ ਕਿਸੇ ਸਿੱਖ ਨੂੰ। ਤੇ ਜ਼ੁਬਾਨੀ ਬਾਣੀ ਯਾਦ ਕਰਕੇ ਜਦੋਂ ਗੁਰੂ ਦੇ ਚਰਨਾਂ 'ਚ ਧਿਆਨ ਧਰ ਕੇ ਵਾਚਾਂਗੇ ਨਾ, ਬਾਣੀ ਪੜ੍ਹਨ ਦਾ ਆਨੰਦ ਤੇ ਰੁਚੀ ਹੀ ਕੁਝ ਵੱਖਰੀ। ਉਹ ਦੇਖੋ ਜੀ, ਗੁਰਮੁਖ ਨੇ ਅਰਦਾਸ ਕਰਵਾਈ, ਅਰਦਾਸ ਕੀਤੀ ਤੇ ਬੈਠੇ ਵਿਚਾਰ ਵਟਾਂਦਰਾ ਉਹਦੇ ਨਾਲ ਸਾਂਝਾ ਕੀਤਾ। ਉਹਨੇ ਆਪਣੀ ਹੱਡ ਬੀਤੀ ਦੱਸੀ, ਕਹਿਣ ਲੱਗਾ ਕਿ ਭਾਈ ਜੀ, ਮੇਰੇ ਜੀਵਨ ਵਿੱਚ ਇੰਨੇ ਵੱਡੇ ਦੁੱਖ ਸੀ ਨਾ, ਮੈਂ ਆਪਣੀ ਜੀਭਾ ਤੋਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ। ਉਹ ਆਪ ਦੱਸੇ ਤੇ ਨੇਤਰਾਂ ਦੇ ਵਿੱਚੋਂ ਹੰਝੂ ਘੇਰੇ। ਹੈ ਇੱਥੋਂ ਤੱਕ ਸਿੰਧੀ ਪਰਿਵਾਰ ਦੇ ਵਿੱਚੋਂ ਸੀ। ਕਹਿਣ ਲੱਗਾ ਕਿ ਮੇਰੇ ਮਾਤਾ ਪਿਤਾ ਜੀ ਚੜ੍ਹਾਈ ਕਰ ਗਏ, ਮੈਨੂੰ ਕੋਈ ਪੁੱਛੇ ਨਾ ਮੇਰੇ ਨਜ਼ਦੀਕ ਇੱਥੋਂ ਤੱਕ ਕੋਈ ਰਿਸ਼ਤੇਦਾਰ, ਸਾਕ ਸੰਬੰਧੀ, ਸਾਰੇ ਇੱਥੋਂ ਤੱਕ ਮੇਰੇ ਤੋਂ ਦੂਰ ਹੋ ਗਏ। ਉਹਨਾਂ ਨੂੰ ਪਤਾ ਸੀ ਕਿ ਘਰ ਦੇ ਵਿੱਚ ਇਹਦੇ ਸੱਤ ਦੇ ਉੱਪਰ ਬਾਲੇ ਨੇ, ਛੱਤਾਂ ਚੌਂਦੀਆਂ ਨੇ, ਇਹਨੂੰ ਗਰੀਬ ਦੇ ਨਾਲ ਅਸੀਂ ਸੰਬੰਧ ਬਣਾ ਕੇ ਕੀ ਰੱਖਾਂਗੇ। ਮਾਤਾ ਪਿਤਾ ਦੇ ਚੜ੍ਹਾਈ ਕਰ ਗਏ। ਪਹਿਲਾਂ ਉਹਨੇ ਸੋਚਿਆ ਕਿ ਮੇਰਾ ਚਿੱਤ ਕਰੇ ਕਿ ਮੈਂ ਮਾੜੀ ਸੰਗਤ ਵੱਲ ਤੁਰਾਂ। ਫਿਰ ਉਹਨੇ ਸੋਚਿਆ ਜ਼ਿੰਦਗੀ ਵਿੱਚ ਹੈ ਕੁਝ ਨਹੀਂਗਾ, ਜਿੱਥੇ
ਧੱਕੇ ਤੇ ਠੇਡੇ ਤੇ ਇੱਥੋਂ ਤੱਕ ਬੁਰੇ ਕਬੋਲ ਹੀ ਆਪਣਿਆਂ ਤੋਂ ਮਿਲਦੇ ਰਹਿਣ ਤੇ ਬੰਦਾ ਇੱਥੋਂ ਤੱਕ ਉਹ ਸੁਸਾਈਡ ਕਰਨ ਲਈ ਵੀ ਤਿਆਰ ਹੋ ਜਾਂਦਾ। ਨਿਰਭਰ ਉਹਦੇ ਕੋਲ ਰਹਿੰਦਾ ਹੀ ਇਹੀ ਹੈ ਕਿ ਮੈਂ ਸੁਸਾਈਡ ਕਰ ਲਵਾਂ, ਮੈਂ ਮਰ ਜਾਵਾਂ, ਮੈਂ ਜ਼ਿੰਦਗੀ ਨੂੰ ਇੱਥੋਂ ਤੱਕ ਜੀਣਾ ਨਹੀਂ ਗਾ। ਪਰ ਸਤਿਗੁਰੂ ਨੇ ਬਚਨ ਕਹੇ ਨੇ, ਜ਼ਿੰਦਗੀ ਜੀਣੀ ਹੈ ਰੱਬ ਦੀ ਭਗਤੀ ਕਰਕੇ ਜੀ। ਗੁਰੂ ਇੱਥੋਂ ਤੱਕ ਸਿਰ ਤੇ ਆਪਣੀ ਮਿਹਰ ਭਰੀ ਕਿਰਪਾ ਬਰਸਾ ਕੇ ਰੱਖਦਾ। ਉਹਨੇ ਬਚਨ ਕਹਿਣ ਲੱਗਾ, ਸ਼ਾਮਾਂ ਦਾ ਵੇਲਾ ਸੀ, ਮੈਂ ਰਮਾਇਣ ਜੋ ਰੋਜ਼ ਪੜ੍ਹਦਾ ਸੀ। ਮੈਨੂੰ ਨਾ ਤੇ ਗੁਰਬਾਣੀ ਪੜ੍ਹਨੀ ਆਉਂਦੀ ਹੈ, ਨਾ ਹੋਰ ਕਿਸੇ ਮੈਂ ਗ੍ਰੰਥ ਨੂੰ ਵਾਚਦਾ ਸੀ। ਕੇਵਲ ਮੈਂ ਰਮਾਇਣ ਦੇ ਨਾਲ ਜੁੜਿਆ ਸੀ। ਰਮਾਇਣ ਵਿੱਚੋਂ ਸਾਰਾ ਇੱਥੋਂ ਤੱਕ ਗਿਆਨ ਲੈਂਦਾ ਸੀ। ਤੇ ਮੈਨੂੰ ਤੁਹਾਡੇ ਵਰਗਾ ਕੋਈ ਗੁਰਮੁਖ ਮਿਲਿਆ, ਉਹਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਮੈਨੂੰ ਦਿੱਤੀ ਸੀ। ਤੇ ਮੈਂ ਤਸਵੀਰ ਦਾ ਦੇਖਿਆ ਕਿ ਉਹਨੂੰ ਕੱਟ ਕੇ ਬੜੇ ਪਿਆਰ ਨਾਲ ਨਾ, ਤਸਵੀਰ ਜਿੱਦਾਂ ਆਮ ਤੌਰ ਤੇ ਘਰ ਵਿੱਚ ਜਿਵੇਂ ਸ਼ੀਸ਼ਾ ਟੁੱਟ ਜਾਵੇ, ਕੋਈ ਬੋਰਡ ਟੁੱਟ ਜਾਵੇ, ਅਸੀਂ ਅਦਬ ਦੇ ਨਾਲ ਤਸਵੀਰ ਉਹਨੂੰ ਸਾਂਭ ਕੇ ਰੱਖਦੇ ਹਾਂ ਜਾਂ ਤੇ ਅਸੀਂ ਉਹਦਾ ਸੰਸਕਾਰ ਕਰਦੇ ਹਾਂ। ਉਹਨੇ ਤਸਵੀਰ ਨੂੰ ਸਾਂਭ ਕੇ ਉਹਨੇ ਰਮਾਇਣ ਦੇ ਅੰਦਰ ਰੱਖ ਲਿਆ। ਕਹਿਣ ਲੱਗਾ, ਮੈਂ ਰਮਾਇਣ ਹੱਥ 'ਚ ਫੜੀ ਪਟਰੀ ਤੇ ਗਿਆ, ਸੋਚਿਆ ਕਿ ਮੈਂ ਅੱਜ ਟ੍ਰੇਨ ਦੇ ਥੱਲੇ ਆ ਜਾਣਾ ਹੈ, ਆਪਣਾ ਆਪ ਇਸ ਦੁਨੀਆ 'ਚੋਂ ਤਿਆਗ ਜਾਣਾ ਹੈ। ਮੈਂ ਕੇਵਲ ਮੇਰੇ ਅੰਦਰ ਇੱਕੋ ਹੀ ਸਤਾ ਸੀ, ਮੈਨੂੰ ਇੱਥੋਂ ਤੱਕ ਬਗਾਨੇ ਤਾਂ ਕੀ ਆਪਣੇ ਵੀ ਗੱਲਾਂ ਕਰਦੇ ਪਏ ਨੇ ਤੇ ਮਾਤਾ ਪਿਤਾ ਵੀ ਮੈਨੂੰ ਛੱਡ ਕੇ ਤੁਰ ਗਏ ਨੇ। ਰੱਬ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ। ਕਦੀ ਵੀ ਨਿੰਦੋ ਨਾ ਗੁਰੂ ਨੂੰ, ਰੱਬ ਨੂੰ ਕਦੀ ਨਿੰਦੋ ਨਾ, ਗੌੜ ਨੂੰ ਇੱਥੋਂ ਤੱਕ ਨਿੰਦੋ ਨਾ। ਜਦੋਂ ਅਸੀਂ ਨਿੰਦਾਂਗੇ ਨਾ, ਗੁਰੂ ਐਸਾ ਧੱਕਾ ਦੇਵੇਗਾ ਕਿ ਉਹ ਧੱਕਾ ਸਾਡੇ ਕੋਲੋਂ ਝੱਲਿਆ ਨਹੀਂ ਜਾਵੇਗਾ। ਜੇ ਅਸੀਂ ਉਹਨੂੰ ਪਿਆਰ ਨਾਲ ਭੇਜ ਕੇ ਯਾਦ ਕਰਾਂਗੇ, ਗੁਰੂ ਸਾਡੀ ਝੋਲੀ 'ਚ ਇੱਥੋਂ ਤੱਕ ਦਾਤਾਂ ਵੀ ਪਾ ਦਿੰਦੇ। ਸੋਚੀ ਪਿਆ, ਕਹਿਣ ਲੱਗਾ ਟ੍ਰੇਨ ਆਉਣ ਦਾ ਸਮਾਂ ਉਡੀਕਦਾ ਪਿਆ ਸੀ। ਸੋਚਿਆ ਕਿ ਥੋੜੀ ਜਿਹੀ ਵਿਚਾਰ ਕਰ ਲਈਏ, ਉਸ ਰੱਬ ਨੂੰ ਯਾਦ ਕਰ ਲਈਏ, ਕਿਤੇ ਚੰਗੇ ਤੋਂ ਤੱਕ ਗੁਰੂ ਦੇ ਚਰਨਾਂ ਵਿੱਚ ਜਾ ਕੇ ਜ਼ਿੰਦਗੀ ਲੇਖੇ ਤੌਰ ਲੱਗ ਜਾਵੇ। ਕਹਿੰਦਾ ਮੈਂ ਰਮਾਇਣ ਖੋਲੀ, ਵਿੱਚੋਂ ਮੈਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਤਸਵੀਰ ਦੇ ਜਦੋਂ ਦੀਦਾਰ ਹੋਏ ਤੇ ਮੇਰੀ ਇੱਕੋ ਦਮ ਸੁਰਤ ਕਹਿਣ ਲੱਗਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੇ ਗਈ। ਮੇਰੇ ਅੰਦਰ ਆਵਾਜ਼ ਵੱਜੀ ਕਿ ਉਹ ਮੂਰਖਾ, ਤੂੰ ਇਹ ਕੀ ਕਰਨ ਲੱਗਾ ਏ? ਜ਼ਿੰਦਗੀ ਰੱਬ ਨੇ ਇੱਥੋਂ ਤੱਕ ਮਨੁੱਖਾ ਜਾਮਾ ਇੱਕ ਵਾਰੀ ਦਿੱਤਾ ਹੈ, ਬਾਰ-ਬਾਰ ਨਹੀਂ ਗਾ ਦੇਣਾ। ਤੂੰ ਆਪਣੇ ਦੁੱਖ ਆਪਣੇ ਹਿਰਦੇ ਨੂੰ ਨਾ ਦੱਸ, ਆਪਣੇ ਦੁੱਖ ਕੇਵਲ ਤੇ ਕੇਵਲ ਆਪਣੇ ਮਨ 'ਚ ਨਾ ਰੱਖ। ਤੂੰ ਜ਼ਿੰਦਗੀ ਜੀ ਆਨੰਦ ਦੇ ਨਾਲ। ਜਿੰਨੇ ਵੀ ਤੇਰੇ ਦੁੱਖ ਨੇ ਉਹ ਇੱਥੋਂ ਤੱਕ ਜ਼ਿੰਦਗੀ ਵਿੱਚ ਮੇਰੇ ਨੇ, ਮੈਂ ਸਮਝਦਾ ਏ। ਤੂੰ ਮੇਰਾ ਬਣ ਗਿਆ, ਤੂੰ ਮੇਰਾ ਬਣ ਜਾ, ਮੈਂ ਤੇਰਾ ਬਣ ਜਾਵਾਂਗਾ। ਉਹ ਕਹਿਣ ਲੱਗਾ, ਅੰਦਰੋਂ ਮੇਰੇ ਆਵਾਜ਼ ਆਈ ਤੇ ਗੁਰੂ ਸਾਹਿਬ ਜੀ ਨੂੰ ਯਾਦ ਕਰਕੇ ਮੈਂ ਆਪਣੇ ਘਰ ਆਇਆ। ਕਹਿੰਦਾ ਮਿਹਨਤ ਕਰਦਾ ਕਰਦਾ ਅੱਜ ਇੱਥੋਂ ਤੱਕ ਪਹੁੰਚ ਗਿਆ ਏ। ਦਿੱਲੀ ਦੇ ਵਿੱਚ ਉਹਦਾ ਕਾਰੋਬਾਰ ਆਪਣਾ ਗੱਡੀਆਂ ਦਾ ਬਣ ਗਿਆ ਏ। ਉਹ ਦੇਖੋ ਜੀ, ਪਰਿਵਾਰ ਬੜਾ ਚੜ੍ਹਦੀ ਕਲਾ ਵਾਲਾ ਬਣ ਗਿਆ। ਉਹ ਜਦੋਂ ਵੀ ਕਹਿਣ ਲੱਗਾ ਕਿ ਅੱਜ ਵੀ ਮੇਰੇ ਕੋਲ ਸਮਾਂ ਹੋਵੇ, ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਨਮਸਕਾਰ ਕਰਕੇ ਜ਼ਰੂਰ ਜਾਣਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਆਹ ਰਾਹ ਸਹੀ ਦਿਖਾਇਆ, ਮੈਂ ਅੱਜ ਜ਼ਿੰਦਗੀ ਬਤੀਤ ਕਰ ਰਿਹਾ ਏ। ਜਿੱਥੇ ਸੇਵਾ 'ਚ ਯੋਗਦਾਨ ਪਾਉਣਾ ਹੋਵੇ ਉਹ ਪਾਉਂਦਾ ਏ ਗੁਰਮੁਖ। ਦੇਖੋ ਕਹਿਣ ਲੱਗਾ, ਜੇ ਜ਼ਿੰਦਗੀ ਤੋਂ ਹੀ ਮੈਂ ਇੱਥੋਂ ਤੱਕ ਪਾਸੇ ਹੋ ਜਾਂਦਾ ਤੇ ਮੈਂ ਇਸ ਦੁਨੀਆ 'ਚੋਂ ਖਤਮ ਹੋ ਜਾਣਾ ਸੀ। ਨਾ ਮੈਨੂੰ ਕਿਸੇ ਪੁੱਛਣਾ ਸੀ, ਪਤਾ ਨਹੀਂ ਸੀ ਕਿ ਮੇਰੀ ਇੱਥੋਂ ਤੱਕ ਦੇਹ ਦਾ ਕਿਸੇ ਨੇ ਸੰਸਕਾਰ ਵੀ ਕਰਨਾ ਸੀ ਕਿ ਕਿਤੇ ਜਾਨਵਰਾਂ ਨੇ ਖਾ ਕੇ ਇੱਕ ਪਾਸੇ ਲੂਤ ਕਰ ਦੇਣਾ। ਦੇਖੋ ਕਿੱਡੀ ਵੱਡੀ ਲੀਲਾ ਇਹਦੀ। ਜਦੋਂ ਗੁਰੂ ਅੰਦਰ ਵਸ ਜਾਵੇ, ਗੁਰੂ ਮਨ 'ਚ ਧਿਆਉਂਦੇ ਹੋਈਏ ਉਹਨੂੰ, ਤੇ ਗੁਰੂ ਰਹਿਮਤਾਂ ਐਸੀਆਂ ਕਰ ਦਿੰਦੇ ਨੇ ਕਿ ਕੋਈ ਵੀ ਵੱਡਾ ਦੁੱਖ ਹੋਵੇ ਨਾ, ਉਹ ਇੱਥੋਂ ਤੱਕ ਜੀਵਨ ਵਿੱਚ ਦੁੱਖਾਂ ਨੂੰ ਗੁਰੂ ਦੂਰ ਜ਼ਰੂਰ ਕਰ ਦਿੰਦੇ ਨੇ। ਗੁਰੂ ਦਾ ਸੁਭਾਅ ਹੀ ਇਦਾਂ ਦਾ ਹੈ, ਬੰਦਾ ਭਾਵੇਂ ਕਿੰਨੀਆਂ ਵੀ ਗਲਤੀਆਂ ਕਰ ਲਵੇ, ਗੁਰੂ ਉਹਨਾਂ ਦੀਆਂ ਗਲਤੀਆਂ ਤੇ ਪਰਦੇ ਜ਼ਰੂਰ ਪਾ ਦਿੰਦੇ। ਅਸੀਂ ਗਲਤੀਆਂ ਦੇ ਇੱਥੋਂ ਤੱਕ ਪੁਤਲੇ ਹਾਂ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਇੱਥੋਂ ਤੱਕ ਵੱਡੇ ਦੁੱਖ ਆਉਂਦੇ ਨੇ, ਪਰ ਉਹ ਦੁੱਖ ਇੱਥੋਂ ਤੱਕ ਇਸ ਤਰ੍ਹਾਂ ਦੇ ਨੇ, ਅਸੀਂ ਜੀਭਾਂ ਤੋਂ ਕਹਿੰਦੇ ਕੁਝ ਹਾਂ, ਕਰਦੇ ਕੁਛ ਹਾਂ। ਪਰ ਜਦੋਂ ਅਸੀਂ ਗੁਰੂ ਦੀ ਵਿਚਾਰਧਾਰਾ ਜੀਭਾਂ ਤੋਂ ਬੋਲ ਲੈਂਦੇ ਹਾਂ, ਨਿਭਾਉਂਦੇ ਆਪਣੀ ਮਨ ਦੀ ਇੱਥੋਂ ਤੱਕ ਵਿਚਾਰਧਾਰਾ ਦੇ ਮਗਰ ਲੱਗ ਕੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਇੱਕ ਇੱਥੋਂ ਤੱਕ ਜਿਹੜਾ ਸਭ ਤੋਂ ਵੱਡਾ ਗੁਣ ਝੋਲੀ 'ਚ ਪੈਂਦਾ, ਇੱਕ ਨਿਮਰਤਾ ਦਾ। ਇੱਥੋਂ ਤੱਕ ਇੱਕ ਜਿਹੜਾ ਇਹ ਗੁਣ ਆਨੰਦ ਕਾਰਜ ਦੀ ਵਡਿਆਈ ਦਾ। ਅੱਜ ਦੇ ਸਮੇਂ ਦੇ ਵਿੱਚ ਤਲਾਕ ਦਾ ਕਾਰਨ ਕੀ ਬਣਦਾ ਪਿਆ ਹੈ? ਕਿੰਨੇ ਤਲਾਕ ਹੁੰਦੇ ਪਏ ਨੇ। ਇਹ ਵਿਸ਼ਾ ਬਹੁਤ ਗੰਭੀਰ ਹੈ, ਪਰ ਜਦੋਂ ਇਸ ਟੌਪਿਕ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਵਾਜ ਕੇ ਦੇਖਾਂਗੇ ਕਿ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ। ਅੱਜ ਦੇ ਸਮੇਂ ਦੇ ਵਿੱਚ ਤਾਂ ਇੱਥੋਂ ਤੱਕ ਅਸੀਂ ਸੋਚ ਲੈਂਦੇ ਹਾਂ ਨਾ ਕਿ ਕੇਵਲ ਗੁਰੂ ਦੀ ਵਿਚਾਰਧਾਰਾ ਤੋਂ ਦੂਰ ਹਾਂ, ਕੇਵਲ ਮੁਥਾਜੀ ਬਣ ਜਾਈਏ ਸੰਸਾਰਿਕ ਕਿੱਤਿਆਂ ਦੇ ਕਰਕੇ। ਸੋਚ ਕੇ ਦੇਖਿਓ ਕਿ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ 4 ਬੋਲਾਂ ਨੂੰ ਚੇਤੇ ਕਰਦੇ ਹਾਂ, ਲਾਵਾਂ ਦਾ ਜਾਪ ਹੁੰਦਾ ਹੈ ਨਾ, ਲਾੜੀ ਤੇ ਲਾੜਾ ਗੁਰੂ ਦੀ ਹਜ਼ੂਰੀ 'ਚ ਬਹਿੰਦੇ ਨੇ, ਲੜਕਾ ਤੇ ਲੜਕੀ,
ਤੇ ਜਦੋਂ ਆਨੰਦ ਕਾਰਜ ਦਾ ਸਮਾਂ ਹੋਵੇ, ਅਸੀਂ ਗੁਰੂ ਦੀ ਗੋਦੀ ਵਿੱਚ ਕਿੰਨਾ ਕੁ ਸਮਾਂ ਬਹਿੰਦੇ ਹਾਂ? ਬਹੁਤ ਸਮਾਂ ਨਹੀਂ ਬਹਿੰਦੇ। ਰੈਸਟੋਰੈਂਟਾਂ ਦੇ ਵਿੱਚ, ਪੈਲਸਾਂ ਦੇ ਵਿੱਚ, ਉੱਥੇ ਭਾਵੇਂ ਕਿੰਨਾ ਵੀ ਸਮਾਂ ਲੱਗ ਜਾਵੇ। ਕਈ ਵਾਰੀ ਦੇਖਿਓ, ਵੈਸੇ ਤਾਂ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਆ ਨਾ ਕਿ ਡੋਲੀ ਦਾ ਤੁਰਨ ਦਾ ਜਿਹੜਾ ਸਮਾਂ 4 ਵਜੇ ਦਾ ਹੈ, ਕਈ ਵਾਰੀ ਡੋਲੀ ਜਿਹੜੀ 7 ਵਜੇ ਤੱਕ ਤੁਰ ਰਹੀ ਹੁੰਦੀ ਹੈ। ਬਸ ਕੇਵਲ ਤਾਂ ਕੇਵਲ ਪਦਾਰਥ ਖਾਣੇ ਆ। ਇੱਥੇ ਭਾਈ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਦੇਵੇ, ਥੋੜੀ ਜਿਹੀ ਕਿਣਕਾ ਦਿਓ, ਪੈਲਸ 'ਚ ਭਾਵੇਂ ਇੱਥੋਂ ਤੱਕ ਪਲੇਟਾਂ ਦੂਰੀਆਂ ਭਰ ਭਰ ਕੇ ਖਾਈ। ਜਦੋਂ ਗੁਰੂ ਦੀ ਵਡਿਆਈ ਦੇ ਅਧੀਨ ਹੋਣਾ ਹੈ, ਇਹ ਸਮਝਣਾ ਹੈ ਕਿ ਤਲਾਕਾਂ ਨੂੰ ਇੱਥੋਂ ਤੱਕ ਜ਼ਿੰਦਗੀ ਵਿੱਚੋਂ ਦੂਰ ਕਰਨਾ ਹੈ। ਰੱਬ ਕਿਸੇ ਤੇ ਐਸਾ ਸਮਾਂ ਨਾ ਲਿਆਵੇ ਕਿ ਅੱਜ ਵੀ ਦੇਖੋ ਕਿੰਨੀਆਂ ਧੀਆਂ ਦੇ ਜ਼ਿੰਦਗੀ ਵਿੱਚ ਜਦੋਂ ਤਲਾਕ ਹੋ ਜਾਂਦੇ, ਕਿੰਨਾ ਪੱਥਰੇ ਹਿਰਦੇ ਤੇ ਰੱਖ ਕੇ ਜ਼ਿੰਦਗੀ ਬਤੀਤ ਕਰ ਰਹੀਆਂ ਹੁੰਦੀਆਂ। ਕਿਸੇ ਦਾ ਚਿੱਤ ਨਹੀਂ ਕਰਦਾ ਕਿ ਮੈਂ ਇੱਕ ਘਰ 'ਚੋਂ ਜਾ ਕੇ ਸਹੁਰੇ ਘਰ ਜਾ ਕੇ ਫਿਰ ਪਰਤ ਕੇ ਆਪਣੇ ਇੱਥੋਂ ਤੱਕ ਘਰ ਆ ਜਾਵਾਂ। ਉਹ ਸੋਚਦੀ ਹੈ ਕਿ ਆਪਣੇ ਘਰ 'ਚੋਂ ਜਾ ਕੇ ਮੈਂ ਸਹੁਰੇ ਘਰ ਨੂੰ ਆਪਣਾ ਘਰ ਹੀ ਅਜਮਾ ਕੇ ਬਣਾ ਲਵਾਂ। ਉੱਥੇ ਜ਼ਿਕਰ ਚਾਹੀਦਾ ਹੈ ਸਿਆਣਿਆਂ ਦਾ, ਜ਼ਿਕਰ ਚਾਹੀਦਾ ਹੈ ਲੜਕੇ ਤੇ ਲੜਕੀ ਨੂੰ। ਸਭ ਤੋਂ ਵੱਡੀ ਸੇਧ ਜਿਹੜੀ ਹੁੰਦੀ ਹੈ ਨਾ, ਜਿਹੜਾ ਦੇਖੋ ਜੀ ਵਿਆਹ ਵਾਲਾ ਕਾਕਾ ਹੈ ਉਹਦੇ ਮਾਤਾ ਤੇ ਪਿਤਾ, ਤੇ ਜਿਹੜੀ ਵਿਆਹ ਵਾਲੀ ਲੜਕੀ ਉਹਦੇ ਮਾਤਾ ਤੇ ਪਿਤਾ, ਕਿ ਸਮਝਾਉਣ ਦਾ ਯਤਨ ਕਰਿਆ ਕਰਨ। ਭਾਈ ਸਾਹਿਬ ਜੀ ਨੂੰ ਬੇਨਤੀ ਕਰਿਆ ਕਰੀਏ ਕਿ ਇਹਨਾਂ ਨੂੰ ਇੱਕ ਐਸੇ ਮਾਰਗ ਤੇ ਚੱਲਣ ਦਾ ਸਹੀ ਰਸਤਾ ਆਪ ਖੁਦ ਦੱਸ ਦਿਓ। ਪਰ ਅਸੀਂ ਕਰਦੇ ਕੀ ਹਾਂ? ਛੇਤੀ ਤੋਂ ਛੇਤੀ ਦੇਖੋ ਜੀ ਸਮਾਂ ਹੈ, ਜਦੋਂ ਵੀ ਅਸੀਂ ਗੁਰੂ ਦੀ ਹਜ਼ੂਰੀ 'ਚ ਆਉਣੇ ਆ, ਭਾਈ ਸਾਹਿਬ ਜੀ ਨੂੰ ਕਹਿੰਦੇ ਆ 5 ਮਿੰਟ ਦੇ ਵਿੱਚ ਹੀ ਲਾਵਾਂ ਦਾ ਜਾਪ ਕਰ ਦਿਓ, ਆਨੰਦ ਕਾਰਜ ਮਿੰਟੋ ਮਿੰਟ ਕਰਾ ਦਿਓ, ਅਸੀਂ ਫਿਰ ਵਾਪਸ ਪਰਤ ਕੇ ਜਾਣਾ ਹੈ। ਡੋਲੀ ਦਾ ਸਮਾਂ ਹੋ ਜਾਣਾ ਹੈ ਬਹੁਤ ਲੇਟ, ਬਰਾਤ ਇੱਥੋਂ ਤੱਕ ਵਾਪਸ ਫਿਰ ਬਹੁਤ ਦੂਰ ਜਾਣੀ ਹੈ। ਇਹ ਅਸੀਂ ਭਾਈ ਸਾਹਿਬ ਨੂੰ ਕਹਿ ਦਿੰਦੇ ਆ ਕੇ, ਉਹ ਵੀ ਇੱਥੋਂ ਤੱਕ ਤੁਹਾਡੇ ਬੋਲਾਂ ਵਿੱਚ ਵੱਜੇ, ਵਿਚਾਰੇ ਇੱਥੋਂ ਤੱਕ ਜਲਦੀ ਕਰ ਦਿੰਦੇ ਨੇ। ਪਰ ਤੁਹਾਡੇ ਅੰਦਰੋਂ ਰਸਨਾ ਦੇ ਵਿੱਚੋਂ ਇਹ ਗੱਲ ਪੈਦਾ ਹੋਣੀ ਚਾਹੀਦੀ ਹੈ ਕਿ ਸਤਿਗੁਰੂ ਦਾਤਾ ਜੀ ਕਿਹੜੀ ਵਿਚਾਰ ਇੱਥੋਂ ਤੱਕ ਗੁਰੂ ਸਾਹਿਬ ਜੀ ਦੱਸ ਰਹੇ ਨੇ, ਉਹ ਲਾਵਾਂ ਦੇ ਅਰਥਾਂ ਨੂੰ ਇੱਥੋਂ ਤੱਕ ਸਮਝ ਕੇ ਇੱਥੋਂ ਤੱਕ ਦੱਸਿਆ ਕਰੀਏ ਬੱਚਿਆਂ ਨੂੰ ਕਿ ਵਾਕਿਆ ਹੀ ਗੁਰੂ ਕੀ ਕਹਿ ਰਹੇ। ਜਦੋਂ ਗੁਰੂ ਦੀ ਹਜ਼ੂਰੀ ਵਿੱਚ ਉਹ ਸਮਾਂ ਹੁੰਦਾ ਹੈ ਨਾ, ਬੈਠੇ ਹੁੰਦੇ ਨੇ, ਉਦੋਂ ਇਹ ਉਹਨਾਂ ਨੂੰ ਸਮਝਾਇਆ ਕਰੀਏ ਕਿ ਗੁਰੂ ਸਾਹਿਬ ਜੀ ਕੀ ਵਿਚਾਰਧਾਰਾ ਦੱਸ ਰਹੇ ਨੇ, 4 ਲਾਵਾਂ ਦੇ ਸ਼ਬਦਾਂ ਦੇ ਵਿੱਚ, 4 ਛੰਦਾਂ ਵਿੱਚ ਕੀ ਬਚਨ ਦੱਸ ਰਹੇ ਨੇ। ਪਰ ਸਾਨੂੰ ਤਾਂ ਕੇਵਲ ਵਿਚਾਰ ਇੱਥੋਂ ਤੱਕ ਹੁੰਦੀ, ਕਹਿੰਦੇ ਕੁਝ ਕਰਦੇ ਕੁਝ। ਦੇਖਿਆ ਕਦੀ ਕਿ ਜਦੋਂ ਰਿਸ਼ਤਾ ਇੱਥੋਂ ਤੱਕ ਵਿਚੋਲਾ ਲੈਣ ਜਾਵੇ, ਕੋਈ ਧੀ ਦਾ ਹੱਥ ਮੰਗਣ ਜਾਵੇ, ਲੜਕੇ ਵਾਲੇ ਕਹਿ ਦੇਣਗੇ ਕਿ ਅਸੀਂ 3 ਕੱਪੜਿਆਂ ਦੇ ਨਾਲ ਤੁਹਾਡੀ ਧੀ ਲੈ ਜਾਣੀ। ਜਦੋਂ ਮਿਲਣੀ ਦਾ ਸਮਾਂ ਹੁੰਦਾ ਹੈ ਨਾ, ਚੰਦਰੇ ਪ੍ਰਾਹੁਣੇ ਵੀ ਏਡੇ ਅੰਤਰੇ ਹੁੰਦੇ ਨੇ, ਕਹਿੰਦੇ ਨੇ ਕਿ ਜਿਹੜੀ ਫੱਫੜ ਦੀ ਮੁੰਦਰੀ ਹੈ ਨਾ, ਉਹ ਤੇ ਨੱਪਿਆਂ ਵੀ ਵਿੰਗੀ ਹੋ ਰਹੀ ਸੋਨੇ ਦੀ। ਜਵਾਈ ਦੀ ਜਿਹੜੀ ਮੁੰਦਰੀ ਹੌਲੀ ਪਾਈ ਹੈ, ਅਗਲਿਆਂ ਨੇ ਤੁਹਾਨੂੰ ਧੀ ਦਿੱਤੀ ਹੈ, ਇੰਨਾ ਪੜ੍ਹਾ ਲਿਖਾ ਕਰਕੇ ਇੱਥੋਂ ਤੱਕ ਧੀ ਨੂੰ ਤੋਰਿਆ, ਆਪਣੇ ਇੱਥੋਂ ਤੱਕ ਜਿਗਰ ਦੇ ਟੁਕੜੇ ਨੂੰ ਤੋੜ ਕੇ ਤੁਹਾਡੇ ਘਰ ਭੇਜ ਦਿੱਤਾ। ਤੁਹਾਨੂੰ ਹੋਰ ਕੀ ਚਾਹੀਦਾ ਹੈ? ਜਿੱਥੇ ਸਾਡਾ ਮਨ ਇੱਥੋਂ ਤੱਕ ਲਾਲਚੀ ਹੋ ਗਿਆ, ਅਸੀਂ ਦਾਜ ਦੇ ਲਾਲਚੀ ਹੋ ਕੇ ਮਰ ਜਾਵਾਂਗੇ। ਗੁਰੂ ਦੀ ਸ਼ਰਨ 'ਚ ਬੈਠੀਏ, ਬੱਚਿਆਂ ਨੂੰ ਦਸੀਏ, ਸਮਝਾਈਏ ਕਿ ਗੁਰੂ ਕੀ ਦੱਸ ਰਹੇ ਨੇ। ਪਰ ਕੇਵਲ ਤਾਂ ਕੇਵਲ ਸਾਨੂੰ ਸਮਾਂ ਉੱਥੇ ਮਿਲਦਾ ਹੈ ਜਦੋਂ ਐਲਬਮ ਖੋਲੀ ਹੋਵੇ ਨਾ, ਵਿਆਹ ਦਾ ਸਮਾਂ ਬਤੀਤ ਹੋਇਆ ਹੁੰਦਾ, ਰਿਸ਼ਤੇਦਾਰ ਕੋਈ ਆਇਆ ਹੋਵੇ ਘਰ ਦੇ ਵਿੱਚ, ਤੇ ਵਿਆਹ ਵਾਲੇ ਦਿਨ ਐਲਬਮ ਖਿਲਾਰ ਕੇ ਬਹਿ ਜਾਣਗੇ ਜਾਂ ਟੈਲੀਵਿਜ਼ਨ ਤੇ ਲਾ ਕੇ ਦੇਖਣਗੇ। ਫਿਰ ਇਸ਼ਾਰਿਆਂ ਨਾਲ ਦੱਸਣਗੇ, ਘਰ ਦੇ ਵਿੱਚ ਪਿਤਾ ਦਾ ਹੀ, ਇੱਥੋਂ ਬੱਚੇ ਦਾ ਹੀ ਮਾਤਾ ਪਿਤਾ ਕਹਿਣਗੇ, ਆਹ ਦੇਖੋ ਜੀ ਭੂਆ ਆਈ ਸੀ, ਇਹਨੇ ਸ਼ਗਨ ਥੋੜਾ ਦਿੱਤਾ ਹੈ, ਇਹਦੇ ਅਸੀਂ ਵਿਆਹ ਤੇ ਗਏ ਸੀ, ਇਹਨਾਂ ਸ਼ਗਨ ਕਾਰਡ 'ਚ ਪਾ ਕੇ ਦੇ ਕੇ ਆਏ, ਇਹਨਾਂ ਨੇ ਸਾਨੂੰ ਦਿੱਤਾ ਨਹੀਂਗਾ। ਸਾਡਾ ਕੇਵਲ ਤਾਂ ਕੇਵਲ ਜਿੱਦਾਂ ਧਿਆਨ ਕਾਟ ਵਾਲੇ ਇੱਥੋਂ ਤੱਕ ਲਿਫਾਫਿਆਂ ਤੇ ਹੁੰਦਾ ਇਹਨਾਂ ਕਿ ਕਿੰਨਾ ਪਾ ਕੇ ਸ਼ਗਨ ਦੇ ਕੇ ਗਿਆ, ਕੋਈ ਨਾ ਕੋਈ ਉਹਨਾਂ ਧਿਆਨ ਗੁਰੂ ਦੇ ਇੱਥੋਂ ਤੱਕ 4 ਸ਼ਬਦਾਂ ਤੇ ਹੋਵੇ ਕਿ ਕਿਸ ਤਰ੍ਹਾਂ ਇੱਥੋਂ ਤੱਕ ਜ਼ਿੰਦਗੀ ਬਤੀਤ ਕਰਨੀ। ਕਦੀ ਵੀ ਨੌਬਤ ਨਹੀਂ ਆਵੇਗੀ ਕਿ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਬੱਚੇ ਦਾ ਤਲਾਕ ਹੋ ਜਾਵੇ, ਕਦੀ ਨਹੀਂ ਨੌਬਤ ਆਵੇਗੀ। ਪਰ ਇਹ ਨਾ ਦੇਖਿਆ ਕਰੋ ਕਿ ਬਹੁਤ ਅਸੀਂ ਵੱਡੀਆਂ ਜ਼ਮੀਨਾਂ ਦੇਖ ਲਈਏ, ਗੱਡੀਆਂ ਕਾਰਾਂ ਦੇਖ ਲਈਏ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੇਵਲ ਤਾਂ ਕੇਵਲ ਗੁਣ ਦੇਖੇ ਸੀ। ਗੁਣਾ ਕਰਕੇ ਆਪਣੀ ਧੀ ਦਾ ਹੱਥ ਦੇਖੋ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਹੱਥ 'ਚ ਦੇ ਦਿਓ। ਇੱਦਾਂ ਦੀ ਵਡਿਆਈ ਅਸੀਂ ਗੁਰੂ ਕੋਲੋਂ ਸਿੱਖਿਆ ਕਰੀਏ, ਅਰਦਾਸ ਕਰਿਆ ਕਰੀਏ ਕਿ ਪਾਤਸ਼ਾਹ ਜੋ ਅਸੀਂ ਜੀਭਾਂ ਤੋਂ ਕਹਿੰਦੇ ਆ ਨਾ, ਉਹਨਾਂ ਦੇ ਉੱਪਰ ਚੱਲਦੇ ਨਹੀਂਗੇ, ਸਾਡੀਆਂ ਗਲਤੀਆਂ ਤੇ ਪਰਦੇ ਪਾ ਲਵੀਂ, ਸਾਡੇ ਇੱਥੋਂ ਤੱਕ ਔਗਣਾਂ ਨੂੰ ਮਾਫ ਕਰ ਦੇਵੀਂ। ਅਸੀਂ ਤਾਂ ਅਰਦਾਸ ਕਰਦੇ ਹਾਂ, ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗੱਲ ਆਵੇ, ਪਿਛਲੇ ਅਵਗਣ ਬਖਸ਼ ਲਏ ਪ੍ਰਭ, ਅੱਗੇ ਮਾਰਗ ਪਾਵੇ ਕਿ ਅਗਲਾ ਮਾਰਗ ਗੁਰੂ ਜੀ ਆਪ ਜ਼ਰੂਰ ਦੱਸ ਦੇ। ਸੋ ਸਤਿਗੁਰੂ ਜੀ ਕਿਰਪਾ ਕਰਨ। ਇੱਥੇ ਹੀ ਵਿਚਾਰ ਦੀ ਸਮਾਪਤੀ ਹੈ ਜੀ। ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ ਆਪ ਗੁਰੂ ਪਿਆਰੀ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਨਚੀਜ।
ਅਗਿਆਨੀ ਛੋਟਾ ਬੱਚਾ ਸਮਝ ਕੇ ਮਾਫ ਕਰ ਦੇਣਾ। ਆਪ ਅੰਮ੍ਰਿਤ ਵੇਲੇ ਉੱਠੋ, ਗੁਰੂ ਦੀ ਬਾਣੀ ਦਾ ਰਸ ਲਿਆ ਕਰੋ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਿੰਘ ਸਜੋ। ਭਾਈ ਗੁਰਦਾਸ ਜੀ ਦਾ ਬਚਨ ਕਬੋਲੀਏ ਜੀਵਨ ਵਿੱਚ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸਹੇਲਾ, ਕਿ ਅੰਮ੍ਰਿਤ ਛਕ ਕੇ ਸਾਡਾ ਵੀ ਗੁਰੂ ਵਾਲੇ ਬਣ ਕੇ ਸਾਡਾ ਜੀਵਨ ਇਹ ਪਵਿੱਤਰ ਤੇ ਸਫਲ ਹੋ ਜਾਵੇ। ਇੱਥੇ ਗੁਰਦੁਆਰਾ ਸਾਹਿਬ ਜੈਪੁਰ ਦੀ ਧਰਤੀ ਤੇ ਚਾਂਦੀ ਕੀ ਟਕਸਾਲ ਉੱਥੇ ਆਏ ਸੀ। ਉਹ ਕੱਲ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਜਿਹੜਾ ਕਰਾ ਰਹੇ ਨੇ। ਭਾਈ ਸਾਹਿਬ ਜੀ ਨੂੰ ਬੇਨਤੀ ਕੀਤੀ, ਭਾਈ ਮਖੀਜਾ ਜੀ ਸਾਡੇ ਪਿਤਾ ਜੀ ਸਮਾਨ ਨੇ, ਉਹਨਾਂ ਨੂੰ ਬੇਨਤੀ ਕੀਤੀ, ਬੜਾ ਪਿਆਰ ਦਿੱਤਾ ਹੈ ਉਹਨਾਂ ਨੇ ਕਿ ਸਾਡੇ ਵੀ ਇੱਥੇ ਆ ਕਰਕੇ ਸੰਗਤਾਂ ਦੇ ਨਾਲ ਵਿਚਾਰ ਵਟਾਂਦਰੇ ਜਿਹੜੇ ਸਾਂਝੇ ਕਰਕੇ ਜਾਇਓ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਸਤਿਗੁਰੂ ਜੀ ਦੀ ਅਸੀਸ ਕਿ ਆਪ ਜੀ ਨੇ ਬੜਾ ਪਿਆਰ ਪ੍ਰੇਮ ਸ਼ਰਧਾ ਦੇ ਨਾਲ ਵਿਚਾਰਾਂ ਨੂੰ ਸਰਵਣ ਕੀਤਾ। ਆਪ ਜਿੰਨੀਆਂ ਵੀ ਸੰਗਤਾਂ ਘਰੋਂ ਕਦਮ ਕਦਮ ਪੁੱਟ ਕਰਕੇ ਆਏ ਹੋ, ਸਤਿਗੁਰੂ ਆਪਣੇ ਚਰਨਾਂ ਵਿੱਚ ਲੇਖੇ ਤੌਰ ਤੇ ਲਾਉਣ ਤੇ ਦਾਸ ਦੇ ਕੂਕਰ ਦੇ ਸਿਰ ਮੱਥੇ ਆਪ ਜੀ ਦੇ ਪੁੱਟੇ ਹੋਏ ਕਦਮ ਕਦਮ ਲੇਖੇ ਵਿੱਚ ਪ੍ਰਵਾਨ ਹੋਣ। ਕਿਤੇ ਕੀ ਪਤਾ ਤੁਹਾਡੇ ਹੀ ਕਦਮਾਂ ਦੇ ਕਰਕੇ ਇੰਨੀ ਅਸੀਸ ਮਿਲ ਜਾਵੇ ਕਿ ਸਤਿਗੁਰੂ ਜੀ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਗੁਰੂ ਜੀ ਦੇ ਚਰਨਾਂ ਵਿੱਚ ਅੱਗੇ ਅਸੀਂ ਅਰਦਾਸ ਕਰਕੇ ਜਾਂਦੇ ਹੁੰਦੇ। ਮੈਂ ਪਿਛਲੇ ਸਾਲ ਜਦੋਂ ਆਇਆ ਸੀ ਨਾ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਸੀ। ਇੱਥੇ ਸੰਗਤੀ ਰੂਪ ਵਿੱਚ ਬੈਠਾ ਸੀ ਤੇ ਬਾਣੀ ਦਾ ਜਾਪ ਕਰਕੇ ਮੈਂ ਇੱਥੇ ਅਰਦਾਸ ਕਰਕੇ ਗਿਆ ਸੀ ਕਿ ਸੱਚੇ ਪਾਤਸ਼ਾਹ ਕਿਤੇ ਆਪਣੇ ਘਰ ਸੇਵਾ ਬਖਸ਼। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਐਸੀ ਬਾਂਹ ਫੜੀ ਹੈ ਕਿ ਆਪਣੇ ਘਰ ਵਿੱਚ ਉਹਨੇ ਬੈਠਣ ਲਈ ਇੱਥੋਂ ਤੱਕ ਥਾਂ ਹੀ ਦੇ ਦਿੱਤੀ। ਸਤਿਗੁਰੂ ਜੀ ਨੇ ਸੇਵਾ ਬਖਸ਼ੀ। ਜਿੱਥੇ ਜਿੱਥੇ ਵੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਯੂਪੀ ਦੇ ਇਲਾਕੇ ਦੇ ਵਿੱਚ ਵੱਖਰੇ ਵੱਖਰੇ ਇਲਾਕਿਆਂ ਵਿੱਚ ਡਿਊਟੀ ਲੱਗ ਰਹੀ, ਉੱਥੇ ਸਿੱਖੀ ਦਾ ਪ੍ਰਚਾਰ ਕਾਇਮ ਕਰ ਰਹੇ ਹਾਂ। ਗੁਰੂ ਇਸੇ ਤਰ੍ਹਾਂ ਆਪਣੇ ਸਿਰ ਦਾਸਾਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਦੇ ਰਹਿਣ। ਸੋ ਆਪ ਵੀ ਸਾਰੇ ਅਰਦਾਸ ਕਰਿਓ। ਮੈਂ ਵੀ ਅਰਦਾਸ ਕਰਦਾ ਹਾਂ ਆਪ ਸਾਰਿਆਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ, ਕਿ ਸਤਿਗੁਰੂ ਆਪ ਸਭਨਾਂ ਨੂੰ ਵਡਿਆਈ ਤੇ ਤੰਦਰੁਸਤੀਆਂ ਬਖਸ਼ਿਸ਼ ਕਰਨ, ਬੱਚਿਆਂ ਨੂੰ ਚੜ੍ਹਦੀ ਕਲਾ ਤੇ ਕਾਰੋਬਾਰਾਂ ਵਿੱਚ ਵਾਧਿਆਂ ਦੀ ਤਰੱਕੀਆਂ ਜਿਹੜੀਆਂ ਬਖਸ਼ਿਸ਼ ਕਰਨ, ਆਗਿਆਕਾਰ ਬਣਾਉਣ ਬੱਚਿਆਂ ਨੂੰ। ਜਿੰਨੀਆਂ ਵੀ ਸੰਗਤਾਂ ਘਰੋਂ ਸਮਾਂ ਕੱਢ ਕੇ ਆਈਆਂ, ਕੋਈ ਵੀ ਰਸਨਾ ਖਾਲੀ ਮਾਨੀ ਨਾ ਰਵੇ। ਗੁਰੂ ਦੇ ਚਰਨਾਂ ਵਿੱਚ ਸੀਸ ਝੁਕਾਓ। ਸਾਰੇ ਬੁਲੰਦ ਆਵਾਜ਼ ਦੇ ਵਿੱਚ ਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।